ਨਾਲ ਜੁੜੇ ਹੋਏ ਹਾਂ ਤਾਂ ਕਿ ਜੀਵਨ ਦੇ ਵਿੱਚ ਸਾਡੇ ਮਨ ਨੂੰ ਘਟ ਬੈਠੇ ਰੱਬ ਦਾ ਗਿਆਨ ਹੋਵੇ, ਘਟ ਬੈਠੇ ਰੱਬ ਦੀ ਕਿਰਿਆ ਦਾ ਸਾਡੇ ਮਨ ਦੇ ਵਿੱਚ, ਚੇਤਨ ਸ਼ਕਤੀ ਦੇ ਵਿੱਚ ਸਾਡੀ ਸਮਝ ਆਵੇ ਤੇ ਬਹੁਤ ਵੱਡੇ ਵੱਡੇ ਜੀਵਨ ਦੀ ਸੰਸਾਰ ਦੀ ਕਿਰਿਆ ਵਿੱਚੋਂ ਵਿਚਰਦੇ ਹੋਏ ਜਿਹੜੇ ਯੋਗੀ ਸਨ, ਜਿਨ੍ਹਾਂ ਦੀ ਉਮਰ ਬਹੁਤ ਵੱਡੀਆਂ ਉਹਨਾਂ ਨੇ ਸਿਰਫ ਇਸ ਵਾਸਤੇ ਧਾਰਨ ਕੀਤੀਆਂ ਕਿ ਸਾਡਾ ਇਸ ਜਨਮ ਦੇ ਵਿੱਚ ਰੱਬ ਨਾਲ ਮਿਲਾਪ ਹੋ ਜਾਏ। ਜਦ ਕਿ ਭਗਤ ਨੂੰ, ਸਿੱਖ ਨੂੰ ਉਮਰ ਵੱਡੀ ਲੋਚਣ ਦੀ ਜ਼ਰੂਰਤ ਨਹੀਂ। ਜੀਵਨ ਦੇ ਵਿੱਚ ਜੇ ਗਿਆਨ ਛੋਟੀ ਜਿਹੀ ਉਮਰ ਦੇ ਵਿੱਚ ਵੀ, ਜਿਵੇਂ ਪ੍ਰਹਿਲਾਦ ਜੀ ਨੂੰ ਹੋ ਗਿਆ, ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਇਆ, ਆਏ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਨੂੰ ਪ੍ਰਾਪਤ ਹੋਇਆ। ਜੀਵਨ ਦੀ ਅਵਸਥਾ ਉਹਨਾਂ ਦੀ ਰੱਬ ਵਰਗੀ ਹੋ ਕੇ ਸੰਸਾਰ ਵਿੱਚ ਵਿਚਰੀ। ਇਸ ਕਿਰਿਆ ਨੂੰ ਆਪਾਂ ਨੇ ਸਮਝਣਾ। ਸੋ 61 ਜਿਹੜੀਆਂ ਪੌੜੀਆਂ ਸਨ ਸਿੱਧ ਗੋਸ਼ ਦੀਆਂ, ਮਹਾਰਾਜ ਦੀ ਕਿਰਪਾ ਸਦਕਾ ਆਪਾਂ ਵਿਚਾਰ ਕਰਕੇ ਆਏ ਸੀ, ਜਿਹਦੇ ਵਿੱਚ ਮਹਾਰਾਜ ਨੂੰ ਇਹ ਦੱਸਦਿਆਂ ਹੋਇਆ ਆਪਾਂ ਨੇ ਪਾਇਆ ਕਿ ਭਾਈ ਜਿਹੜੇ ਸ਼ਬਦ ਹੁੰਦੇ ਨੇ ਇਹ ਕਿਵੇਂ ਜੀਵਨ ਦੇ ਵਿੱਚ ਆਪਣੀ ਹਉਮੈ ਨੂੰ ਮਿਟਾਉਂਦੇ ਨੇ, ਆਪਣੀ ਹਉਮੈ ਨੂੰ ਖਤਮ ਕਰਦੇ ਨੇ। ਸ਼ਬਦਾਂ ਦੀ ਬੰਤਰ ਦੱਸੀ, ਸ਼ਬਦਾਂ ਦਾ ਘਰ ਦੱਸੇ, ਕਿਵੇਂ ਆਪਣੇ ਵਿੱਚ ਰੱਬ ਵਸਦਾ ਹੈ, ਕਿਵੇਂ ਹਰ ਭਾਸ਼ਾ ਦੇ ਵਿੱਚ ਜੋ ਸ਼ਬਦ ਬੋਲਦੇ ਨੇ ਰੱਬ, ਉਹਨਾਂ ਸ਼ਬਦਾਂ ਦੁਆਰਾ ਜੋ ਸੰਸਾਰ ਵਿੱਚ ਜੋ ਵੀ ਜਾਤੀ ਦੇ ਬੰਦੇ, ਜੋ ਵੀ ਸੰਪਰਦਾ ਦੇ ਬੰਦੇ ਜਿਸ ਵੀ ਭਾਸ਼ਾ ਨੂੰ ਬੋਲਦੇ ਹਨ, ਸਮੇਂ ਤੇ ਕਾਲ ਵਿੱਚ ਦੀ ਲੰਘਦੇ ਹੋਏ ਉਸ ਸ਼ਬਦ ਰਾਹੀਂ ਘਟ ਬੈਠੇ ਰੱਬ ਦੀ ਬਾਣੀ ਨੂੰ ਘੜਨਾ, ਆਪਣੇ ਸ਼ਬਦਾਂ ਦੇ ਵਿੱਚ ਜਿਹੜੀ ਭਾਸ਼ਾ ਦੇ ਬੋਲਦੇ ਹਨ ਰੱਬ, ਉਹਨਾਂ ਹੀ ਭਾਸ਼ਾ ਦੇ ਸ਼ਬਦਾਂ ਵਿੱਚੋਂ ਸਾਨੂੰ ਘਟ ਬੈਠੇ ਰੱਬ ਨਾਲ ਬੋਲਣਾ ਸਿਖਾਉਂਦੇ ਨੇ। ਆਪਣੇ ਪਰਿਵਾਰ ਨੂੰ ਉਹਨਾਂ ਹੀ ਭਾਸ਼ਾ ਦੇ ਸ਼ਬਦ ਰਾਹੀਂ ਅਸੀਂ ਘਟ ਬੈਠੇ ਰੱਬ ਦਾ ਗਿਆਨ ਲੈ ਕੇ ਸੰਬੋਧਨ ਕਰਦੇ ਹਾਂ। ਐਸਾ ਪਰਿਵਾਰ ਵਿੱਚ ਬੋਲਣਾ ਸਿੱਖਣਾ ਹਰ ਗੁਰਸਿੱਖ ਨੇ। ਸੋ ਸਮਾਜ ਦੇ ਵਿੱਚ ਜਿਹੜਾ ਤਰਨ ਦਾ ਰਸਤਾ ਹੈ, ਸੰਸਾਰ ਦੇ ਵਿੱਚ ਵਿਚਰਨ ਦਾ ਰਸਤਾ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੀਵਨ ਮੁਕਤ ਦਾ ਰਸਤਾ ਹੈ, ਉਹ ਸ਼ਬਦ ਨੂੰ ਘੜਨਾ ਘਟ ਬੈਠੇ ਰੱਬ ਦੀ ਬਾਣੀ ਦੁਆਰਾ। ਇਹਦਾ ਅਭਿਆਸ ਸਿੱਖ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਸ਼ੁਰੂ ਕਰਦਾ ਹੈ, ਧਿਆਨ ਰੱਖਣਾ। ਤੇ ਫਿਰ ਸੰਸਾਰ ਦੇ ਕਿਰਿਆ ਕਰਦਿਆਂ ਹੋਇਆਂ ਸ਼ਬਦਾਂ ਦੁਆਰਾ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿ ਕੇ ਹਰ ਕਿਰਿਆ ਦੇ ਵਿੱਚ ਰੱਬ ਨੂੰ ਯਾਦ ਰੱਖਦਾ ਹੈ, ਧਿਆਨ ਰੱਖਣਾ। ਫਿਰ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿੰਦਾ ਹੈ। ਫਿਰ ਇੱਥੇ ਹੀ ਬਸ ਨਹੀਂ, ਜਦੋਂ ਦੁਨੀਆ ਉਹਦੇ ਪ੍ਰਥਾਏ ਕੋਈ ਕੰਮ ਕਰਦੀ ਹੈ, ਸਮਾਜ ਦਾ ਕੋਈ ਵੀ ਜੀਵ ਉਹਨਾਂ ਦੇ ਪ੍ਰਥਾਏ ਕੰਮ ਕਰਦਾ, ਚਾਹੇ ਘਰ ਦੇ ਕੋਈ ਕੰਮ ਕਰਦੇ ਹਨ, ਉਹਨਾਂ ਵਿੱਚੋਂ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿ ਕੇ ਰੱਬ ਦਾ ਜਸ ਗਾਉਂਦਾ ਹੈ। ਐਸੀ ਅਵਸਥਾ ਸੰਪੂਰਨ ਤੌਰ ਤੇ ਰੱਬ ਨੂੰ ਗਾਉਣ ਦੀ ਸਿੱਖ ਨੂੰ ਮਹਾਰਾਜ ਨੇ ਗੁਰਬਾਣੀ ਰਾਹੀਂ ਬਖਸ਼ਿਸ਼ ਕੀਤੀ ਹੈ, ਸਿੱਧਾਂ ਨੂੰ ਸਮਝਾ ਰਹੇ ਨੇ। ਸੋ ਮਹਾਰਾਜ ਕਹਿੰਦੇ ਭਾਈ ਆਏ ਜੀਵਨ ਵਿੱਚ ਸੱਤ ਕਰਕੇ ਗੁਰੂ ਦੇ ਦੱਸੇ ਹੋਏ ਗੁਰ ਨੂੰ ਜਿਹੜਾ ਮੰਨਦਾ ਹੈ, ਫਿਰ ਉਹ ਕਾਲ ਦੇ ਵਸ ਨਹੀਂ ਜਾਂਦਾ। ਜਨਮ ਬੰਦੇ ਦਾ ਹੁੰਦਾ ਹੈ, ਕਾਲ ਦੇ ਵਿੱਚ ਦੀ ਲੰਘਦਾ ਹੈ, ਪਰ ਕਾਲ ਤੋਂ ਪਰੇ ਹੋ ਜਾਂਦਾ ਹੈ। ਅਕਾਲ ਮੂਰਤ ਹੁੰਦਾ ਹੈ। ਮਹਾਰਾਜ ਕਹਿੰਦੇ ਫਿਰ ਉਹ ਅਕਾਲ ਚਲਾਣਾ ਕਰਦਾ, ਅਕਾਲ ਚਲਾਣਾ, ਧਿਆਨ ਰੱਖਣਾ। ਜਿਵੇਂ ਦੁਨੀਆ ਦੇ ਵਿੱਚ ਕੋਈ ਮਰ ਜਾਂਦਾ ਤੇ ਕਹਿੰਦੇ ਜੀ ਉਹ ਸੁਰਗਾਂ ਨੂੰ ਗਿਆ, ਸੁਰਗਵਾਸ ਹੋ ਗਿਆ, ਕਹਿੰਦੇ ਇਹ ਸਿੱਖਾਂ ਦੀ ਸ਼ਬਦਾਵਲੀ ਨਹੀਂ ਹੈ। ਜਿਹੜਾ ਕੋਈ ਬਹੁਤ ਪਾਪੀ ਹੁੰਦਾ ਹੈ, ਸ਼ਰਾਬੀ ਹੁੰਦਾ ਹੈ ਜਾਂ ਗਲਤ ਕੰਮ ਕਰਦਾ ਹੈ, ਤੇ ਅਸੀਂ ਕਹਿੰਦੇ ਜੀ ਇਹ ਸਿੱਧਾ ਨਰਕਾਂ ਨੂੰ ਜਾਏਗਾ, ਹਨਾ। ਪਰ ਮਹਾਰਾਜ ਕਹਿੰਦੇ ਜਿਹਨੇ ਗੱਲ ਸਿੱਖੀ ਹੁੰਦੀ ਹੈ, ਧਿਆਨ ਰੱਖਣਾ, ਯਾਨੀ ਪਖੰਡੀ ਨਹੀਂ, ਜਿਹੜਾ ਸਿੱਖ ਕੇ ਚੱਲਦਾ ਹੈ, ਸਿੱਖ ਕੇ ਜਾਣ ਕੇ ਸਮਝ ਕੇ ਬੋਲਦਾ ਹੈ, ਆਪਣੇ ਅੰਦਰ ਸ਼ਬਦਾਵਲੀ ਨੂੰ ਘੜ ਕੇ, ਸ਼ਬਦਾਂ ਨੂੰ ਘੜ ਕੇ ਘਟ ਬੈਠੇ ਰੱਬ ਨੂੰ ਐਡਰੈਸ ਕਰਦਾ ਹੈ ਆਪਣੇ ਵਿੱਚ ਅਤੇ ਸਭ ਦੇ ਵਿੱਚ। ਤੇ ਮਹਾਰਾਜ ਕਹਿੰਦੇ ਫਿਰ ਉਹਨੂੰ ਕਾਲ ਨਹੀਂ ਗ੍ਰਸਦਾ, ਉਹ ਅਕਾਲ ਮੂਰਤ ਹੁੰਦਾ ਹੈ, ਉਹ ਅਕਾਲ ਚਲਾਣਾ ਕਰਦਾ ਹੈ, ਧਿਆਨ ਰੱਖਣਾ। ਸੋ ਸਤਿਗੁਰ ਤੇ ਕਾਲ ਨਾ ਗ੍ਰਸ ਹੈ,
ध्यान कहते फिर इन्हां नूं ना सुख ते दुख इन्हां नूं वापदा नहीं, ये सम करके जाणदे। कहते नानक दुख सुख सम कर जापै, सतगुर ते काल ना ग्रसै। इत्थे तक आपां विचार करके आए सी ते अगे महाराज हुण 62ਵੀਂ पौड़ी सानू समझाउंदे ने। देखिए महाराज की साडे वास्ते उपदेश दिंदे हन जी। रंग ना राता रस ना माता, बिन गुर शब्दे बिन गुर शब्दै जल बल ताता। बिंद ना राख्या शब्द ना भाख्या, पवन ना साध्या सच ना आराध्या। अकथ कथा लै सम कर रहै, तौ नानक आत्म राम को लहै। अकथ कथा लै सम कर रहै, तौ नानक आत्म राम को लहै। वाहिगुरु जी का खालसा वाहिगुरु जी की फतेह। सतगुरु सच्चे पातशाह इन्हां शब्दां दे राहीं शुरू करते हैं। कहते रंग ना रत, घट बैठे रब दे रंग विच साडा मन रत्या नहीं, ते रतदिया होया रब रताउंदा करके जानिया नहीं। ये शब्द उदों समझिया ते मन्निया ते जीवन विच पहुंचिया जानिया जावे जदों कन्ना ला के शब्द रब दे भाव दे विच क्रिया नूं पूरा करके बोले दर्शावे। ध्यान रख, घट बैठे रब दा रंग, पहला सिहारी लगी है रंग नूं, यानी रंग किहदा? घट बैठे रब दा रंग। कहते ਉਹਦੇ ਵਿੱਚ ਇਹ रत्या ही नहीं मन, यानी रत्या क्यों नहीं? क्योंकि इन्हें कन्ना ला के बोलना ही नहीं सीखिया कि रब ने रताया सी तां मैं रत्या, है ना। ते जदों तक ऐसा नहीं बोलना सीखेगा ते इहनूं जीवन च एक तां बोलना नहीं आया, फिर जीवन च इहनूं रतना नहीं आया, ये जीवन विच घट बैठे रब दे विच समाउण दी इहनूं किरिया दी सोझी नहीं। ध्यान रख, सो घट बैठे रब दा रंग ਉਹਦੇ ਵਿੱਚ ਤਾਂ ਰਤਿਆ ਜਾਂਦਾ ਹੈ ਜਦੋਂ ਰੱਬ ਰਤਾਉਂਦੇ ਨੇ। ਧਿਆਨ ਰੱਖ, ਤੇ ਐਸਾ ਜਿਸ ਵੇਲੇ ਆਪਾਂ ਰੱਬ ਦੇ ਰੰਗ ਨੂੰ ਪ੍ਰਾਪਤ ਕਰਦੇ ਹੋਈਏ ਤੇ ਮਨ ਉਸ ਵੇਲੇ ਸ਼ਬਦਾਂ ਰਾਹੀਂ ਜੋ ਬੋਲੇ ਤੇ ਬਹੁਤ ਧਿਆਨ ਨਾਲ ਬੋਲੇ ਤੇ ਕਹੇ ਕਿ ਮਾਲਕ ਇਹ ਤੈਂ ਰਤਾਇਆ ਸੀ ਤਾਂ ਮੈਂ ਰਤਿਆ, ਨਹੀਂ ਤਾਂ ਮੈਂ ਨਹੀਂ ਰਤ ਸਕਦਾ ਸੀ। ਤਾਂ ਰੱਬ ਦੇ ਰੰਗ ਵਿੱਚ ਇਹ ਰਤਿਆ ਜਾਂਦਾ ਹੈ ਤੇ ਉਹਨੂੰ ਇਹ ਸ਼ਬਦ ਰਾਹੀਂ ਬੋਲਿਆ ਜਾ ਰਿਹਾ ਹੈ, ਰੰਗ ਨਾ ਰਾਤਾ। देखो कितना सुंदर शब्द है। इस शब्द नूं ही यानी समझण वास्ते इन डेप्थ जिहड़ा भाव है वो साडे मन दे विच उतरना चाहिदा है ना। सो हुण कहंदे रस नहीं माता, कहंदे रब दे रस विच तू मत्या ही नहीं। तू मतदा तां जे तू ਉਹਦੇ ਵਿੱਚ मस्त तां हुंदा ਜਦੋਂ ਤੈਨੂੰ ਮਨ ਤੇਰੇ ਮਨ ਨੂੰ ਲੱਗਦਾ ਕਿ ਰੱਬ ਨੇ ਤੈਨੂੰ ਉਹਦੇ ਵਿੱਚ ਮਤਾਇਆ ਤਾਂ ਤੂੰ ਮਤਿਆ। ਕੰਨਾਂ ਲਾ ਕੇ ਬੋਲਣਾ ਹਰ ਇੱਕ ਸ਼ਬਦ ਨਾਲ। ਰੱਬ ਦਾ ਹਾਜ਼ਰ ਸਾਡੇ ਮਨ ਨੂੰ ਪਤਾ ਲੱਗਦਾ ਕਿ ਰੱਬ ਸਾਡੇ ਨਾਲ ਹਾਜ਼ਰ ਹੈ, ਉਹਨੂੰ ਹਮੇਸ਼ਾ ਨਿਕਟ ਕਰਕੇ ਜਾਣਨਾ। ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ, ਬਿਨਾਂ ਗੁਰੂ ਦੇ ਦੱਸੇ ਹੋਏ ਗੁਰ ਉਹਦੇ ਸ਼ਬਦਾਂ ਤੋਂ ਸਮਝਦਿਆਂ ਹੋਇਆ। ਧਿਆਨ ਰੱਖਣਾ, ਕਹਿੰਦੇ ਜੀਵਨ ਵਿੱਚ ਜੀਵਨ ਜਲ ਬਲ ਜਾਂਦਾ ਹੈ। ਕਹਿੰਦੇ ਤਿੰਨੋਂ ਇਹਨਾਂ ਅਵਗੁਣਾਂ ਦੇ ਵਿੱਚ ਧਿਆਨ ਰੱਖਣਾ, ਤਿੰਨੋਂ ਅਵਗੁਣ ਨੇ। ਫਿਰ ਜਿਹਨੂੰ ਆਪਾਂ ਕਹਿੰਦੇ ਨੇ ਜੀ ਇਹ ਤ੍ਰੈ ਗੁਣ, ਇਹ ਫਿਰ ਅਵਗੁਣ ਬਣ ਜਾਂਦੇ ਨੇ। ਧਿਆਨ ਰੱਖ, ਜਿਹੜੇ ਕਿ ਜੀਵਨ ਵਿੱਚ ਇਹ ਗੁਣ ਬਣਾਉਣੇ ਚਾਹੀਦੇ ਸੀ। ਤਿੰਨੋਂ ਗੁਣਾਂ ਤੋਂ ਤ੍ਰਿਸ਼ਨਾ ਤੋਂ ਉੱਪਰ ਉੱਠਦਾ ਹੈ ਹਨਾ, ਤਾਂ ਜੀਵਨ ਦਾ ਸੇਕ ਨਾ ਲੱਗਦਾ। ਸੋ ਮਹਾਰਾਜ ਕਹਿੰਦੇ ਉਹ ਜਿਹੜਾ ਤਾਤਾ ਹੈ ਨਾ, ਸੇਕ ਲੱਗਦਾ ਹੈ, ਕਹਿੰਦੇ ਉਹ ਲੱਗਦਾ ਹੀ ਤਾਂ ਹੈ। ਕਹਿੰਦੇ ਇਹਨੂੰ ਹਾਲੇ ਗੁਰੂ ਦੇ ਗੁਰ ਦੇ ਸ਼ਬਦ ਦਾ ਗਿਆਨ ਨਹੀਂ ਹੈ, ਜਿਹਦੇ ਕਾਰਨ ਇਹ ਜਲ ਬਲ ਜਾਂਦਾ ਹੈ। ਕਹਿੰਦੇ ਭਾਈ ਇਹ ਹੁਣ ਜਿਹੜਾ ਤਾਤਾ ਵੀ ਸ਼ਬਦ ਵਰਤ ਰਿਹਾ ਤੇ ਕੰਨਾਂ ਲਾ ਕੇ ਵਰਤ ਲਿਆ ਜਾ ਰਿਹਾ ਕਿ ਇਹ ਬੰਦਾ ਤਾਂ ਬਚਣਾ ਚਾਹੁੰਦਾ ਹੈ। ਕਹਿੰਦੇ ਉਹਦਾ ਸੇਕ ਹੁਣ ਰੱਬ ਹੀ ਦਿੰਦਾ ਹੈ। ਧਿਆਨ ਰੱਖ, ਉਹ ਜਦੋਂ ਤੱਕ ਦੇਵੇ ਨਾ ਬੰਦੇ ਨੂੰ ਸੇਕ ਨਾ ਲੱਗੇ। ਧਿਆਨ ਰੱਖ, ਸੋ ਜੇ ਸੇਕ ਲੱਗਦਾ ਹੈ ਜੀਵਨ ਦਾ, ਕੋਈ ਤਕਲੀਫ ਆਉਂਦੀ ਹੈ ਜੀਵਨ ਵਿੱਚ, ਇਹ ਰੱਬ ਦਿੰਦਾ ਹੈ। केतिया दुख भूख सद मार ए पे दात तेरी दाता, ये भी रब दी दात है।
ਦੁੱਖ ਤੇ ਭੁੱਖ ਵਿੱਚ ਦੀ ਲੰਘਣਾ, ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ, ਇਹ ਰੰਗ ਵਿੱਚ ਨਹੀਂ ਰਸਦਾ, ਉਹਦਾ ਘੱਟ ਬੈਠੇ ਰੱਬ ਦਾ ਰਸ ਨਹੀਂ ਇਹ ਤੋਂ ਮੱਤਿਆ ਜਾਂਦਾ ਹੈ, ਹਨਾ, ਉਹਦੇ ਵਿੱਚ ਨਹੀਂ ਮੱਤਦਾ, ਤੇ ਜੀਵਨ ਵਿੱਚ ਪੈਂਦੇ ਫਿਰ ਗੁਰੂ ਦੇ ਦੱਸੇ ਹੋਏ ਗੁਰ ਦੇ ਅਨੁਸਾਰ ਸ਼ਬਦਾਂ ਨੂੰ ਬੋਲ ਨਹੀਂ ਪਾਉਂਦਾ, ਜਿਹਦੇ ਕਾਰਨ ਇਹ ਫਿਰ ਜਲ ਬਣ ਜਾਂਦਾ ਹੈ। ਕਹਿੰਦੇ ਫਿਰ ਬਹੁਤ ਸੇਕ ਵਿੱਚ ਦੀ ਜੀਵਨ ਲੰਘਦਾ ਹੈ, ਦੁਖੀ ਜੀਵਨ ਵਿੱਚ ਦੀ ਦੁੱਖ ਲੰਘਦਾ ਹੈ, ਧਿਆਨ ਰੱਖਣਾ। ਸੋ ਮਹਾਰਾਜ ਕਹਿੰਦੇ ਹਨ ਭਾਈ, ਇਹਨਾਂ ਵਿੱਚ ਕੰਨੇ ਲਗਾ ਕੇ ਜਦੋਂ ਆਪਾਂ ਬੋਲ ਰਹੇ ਹਾਂ, ਤੇ ਰੰਗ ਵਿੱਚ ਤਾਂ ਰਤਿਆ ਜਾਂਦਾ ਜੇ ਰੱਬ ਰਤਾਵੇ, ਰਸ ਉਹਦਾ ਤਾਂ ਮਾਨਿਆ ਜਾਂਦਾ ਜੇ ਰੱਬ ਬਣਾਵੇ, ਉਹਦਾ ਤਾਂ ਜੀਵਨ ਵਿੱਚ ਕਹਿੰਦੇ ਅਵਸਥਾ ਮੱਤੀ ਜਾਂਦੀ ਹੈ, ਨਹੀਂ ਤਾਂ ਮੱਤੀ ਨਹੀਂ ਜਾਂਦੀ, ਧਿਆਨ ਰੱਖ, ਮਸਤ ਹੁੰਦੀ ਨਹੀਂ ਮਨ ਦੀ ਅਵਸਥਾ। ਕਹਿੰਦੇ ਆਏ ਬਿਨਾਂ ਇਸ ਜੁਗਤ ਦੇ ਸ਼ਬਦਾਂ ਨੂੰ ਇਸਤੇਮਾਲ ਕੀਤਿਆਂ, ਸ਼ਬਦਾਂ ਨੂੰ ਘੜੇ ਬਿਨਾਂ, ਕਹਿੰਦੇ ਜੀਵਨ ਵਿੱਚ ਇਹ ਜਲ ਬਲਿਆ ਹੀ ਰਹਿੰਦਾ ਹੈ, ਜੀਵਨ ਸੇਕ ਲੱਗਦਾ ਹੀ ਰਹਿੰਦਾ, ਇਹ ਵੀ ਫਿਰ ਰੱਬ ਲਗਾਉਂਦਾ ਹੈ, ਧਿਆਨ। ਫਿਰ ਤਾਤਾ ਵਿੱਚ ਵੀ ਕੰਨਾ ਲੱਗਿਆ ਹੈ, ਧਿਆਨ ਰੱਖ। ਸੋ ਸੱਚੇ ਪਾਤਸ਼ਾਹ ਕਹਿੰਦੇ ਬਿੰਦ ਨਾ ਰਾਖਿਆ, ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ, ਸੱਚ ਨਾ ਆਰਾਧਿਆ। ਹੁਣ ਇਸ ਗੱਲ ਨੂੰ ਸਮਝਣਾ ਹੈ ਕਿ ਜੀਵਨ ਵਿੱਚ ਇੱਕ ਤਾਂ ਪਹਿਲਾਂ ਆ ਜਿਹੜਾ ਬਿੰਦ ਹੈ ਸ਼ਬਦ, ਜਦੋਂ ਤੱਕ ਬਿੰਦ ਨੂੰ ਕਹਿੰਦੇ ਭਾਈ ਮਹਾਰਾਜ ਕਹਿੰਦੇ ਨਾ ਰੱਖਿਆ ਜਾਵੇ, ਹਨਾ, ਬਿੰਦ ਨੂੰ, ਬਿੰਦ ਕਹਿੰਦੇ ਨੇ ਬੀਰਜ ਦਾ ਝਰਨਾ, ਚਾਹੇ ਉਹ ਔਰਤ ਦਾ ਹੋਵੇ ਚਾਹੇ ਬੰਦੇ ਦਾ ਹੋਵੇ, ਧਿਆਨ ਰੱਖਣਾ। ਕਹਿੰਦੇ ਜੀਵਨ ਵਿੱਚ ਇਹ ਦੋ ਰਾਸਤੇ ਨੇ ਸੰਸਾਰ ਦੇ ਵਿੱਚ, ਕਹਿੰਦੇ ਐ ਸਿੱਧੋ, ਕਹਿੰਦੇ ਇਸ ਗੱਲ ਨੂੰ ਸਮਝਣਾ ਕਿ ਜਿਤਨੀ ਇਹ ਕਿਰਿਆ ਹੈ, ਕਹਿੰਦੇ ਜਦੋਂ ਤੱਕ ਜੀਵਨ ਵਿੱਚ ਇਹ ਕਿਰਿਆ ਕਰਦਿਆਂ ਹੋਇਆਂ ਇਹ ਘੱਟ ਬੈਠੇ ਰੱਬ ਨੂੰ ਯਾਦ ਨਹੀਂ ਰੱਖਦਾ, ਉਹਦਾ ਅਰਥ ਹੈ ਕਿ ਮਨ ਨੂੰ ਸਾਧਦਾ ਨਹੀਂ ਹੈ, ਤੇ ਇਹ ਜੀਵਨ ਦੇ ਵਿੱਚ ਬਿੰਦ ਇਹਦਾ ਝਰ ਜਾਂਦਾ ਹੈ। ਮਹਾਰਾਜ ਦਾ ਸ਼ਬਦ ਹੈ, ਕਹਿੰਦੇ ਸੁਪਨੇ ਬਿੰਦ ਨਾ ਦੇਈ ਝਰਨਾ, ਕਹਿੰਦੇ ਤਿਸ ਪਾਖੰਡੀ ਕਾ ਜਰਾ ਨਾ ਮਰਨਾ। ਇਸ ਗੱਲ ਨੂੰ ਸਮਝਣਾ ਜੀਵਨ ਵਿੱਚ ਕਿ ਆ ਜਿਹੜਾ ਜੀਵਨ ਦੀ ਕਿਰਿਆ, ਕਹਿੰਦੇ ਸੋ ਪਾਖੰਡੀ ਜੇ ਕਾਇਆ ਪਖਾਲਾ, ਕਾਇਆ ਕੀ ਅਗਨ ਬ੍ਰਹਮ ਪਰ ਜਾਲ ਹੈ, ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਪਾਖੰਡੀ ਜਰਾ ਨਾ ਮਰਨਾ। ਕਹਿੰਦੇ ਭਾਈ ਆ ਜਿਹੜਾ ਆਪਾਂ ਕਰਮ ਧਰਮ ਕਰਦੇ ਆ, ਜੀਵਨ ਦੇ ਵਿੱਚ ਚੱਲਦੇ ਆ, ਰੱਬ ਨੂੰ ਯਾਦ ਰੱਖਣ ਦੇ ਵਾਸਤੇ ਕਿਤੇ ਆਪਾਂ ਪਖੰਡ ਕਰਦੇ ਆ, ਧਿਆਨ ਰੱਖਣਾ। ਕਹਿੰਦੇ ਇਹ ਦਿਖਾਵਾ ਹੈ, ਘੱਟ ਬੈਠੇ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣਾ ਤੇ ਆਪਾਂ ਦਿਖਾਉਣਾ ਨਹੀਂ, ਇਹੀ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਮਨ ਨੂੰ ਸਾਧਦਾ ਤਾਂ ਬਿੰਦ ਰੱਖਿਆ ਜਾਂਦਾ, ਨਹੀਂ ਤਾਂ ਬਿੰਦ ਝਰ ਜਾਂਦਾ ਹੈ, ਤੇ ਜਿਉਂ ਬਿੰਦ ਝਰਦਾ ਹੈ ਤੇ ਸਰੀਰ ਜਰਾ ਰੋਗ ਵਿੱਚ ਚਲਾ ਜਾਂਦਾ ਹੈ, ਬੁਢਾਪੇ ਵਿੱਚ ਜਾਂਦਾ ਹੈ, ਧਿਆਨ ਰੱਖਣਾ। ਸੋ ਐਸੇ ਦੋ ਸ਼ਬਦ ਆਏ ਨੇ ਮਹਾਰਾਜ ਦੇ, ਇੱਕ 1160 ਅੰਗ ਤੇ ਆਇਆ, ਮੁੱਲਾ ਨੂੰ ਸਮਝਾਇਆ, ਧਿਆਨ ਰੱਖਣਾ। ਕਹਿੰਦੇ ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾ ਜੀ ਕਉ ਜਰਾ ਨਾ ਮਰਨਾ, ਧਿਆਨ ਰੱਖਣਾ। ਕਹਿੰਦੇ ਇਹੀ ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਦਰ ਰਾਖਿਆ, ਬਹੁਤ ਲਾਗੀ ਮਾਇਆ। ਕਹਿੰਦੇ ਜੀਵਨ ਜਿਹਨ ਮਾਤਾ ਨੇ ਆਪਣੇ ਉਦਰ ਦੇ ਵਿੱਚ, ਕਹਿੰਦੇ ਭਾਈ ਮਾਲਕ ਦੇ ਉਸ ਹੁਕਮ ਅਨੁਸਾਰ, ਕਹਿੰਦੇ ਭਾਈ ਆਪਣੇ ਉਦਰ ਵਿੱਚ ਬੱਚੇ ਦੇ ਸਰੂਪ ਨੂੰ ਬਿੰਦ ਤੋਂ ਰੱਖਿਆ, ਧਿਆਨ ਰੱਖਣਾ। ਫਿਰ ਕਹਿੰਦੇ ਉਹਨੂੰ ਜਿਵੇਂ ਉਦਰ ਤੋਂ ਬਾਹਰ ਜਨਮ ਲੈਂਦਾ, ਫਿਰ ਬਾਹਰ ਆਉਂਦਿਆਂ ਉਹਨੂੰ ਮਾਇਆ ਦਾ ਲੇਪ ਲੱਗ ਜਾਂਦਾ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸੀ ਅਵਸਥਾ ਜੀਵਨ ਦੇ ਵਿੱਚ ਬੰਦੇ ਦੀ ਬਣੀ ਹੋਈ ਹੈ, ਇਹਨੇ ਬਿੰਦ ਨੂੰ ਆਪਣੇ ਰੱਖਣਾ ਹੀ ਨਹੀਂ ਕੀਤਾ। ਫਿਰ ਕਹਿੰਦੇ ਦੂਜਾ ਸ਼ਬਦ ਨਹੀਂ ਬੋਲਣਾ ਆਇਆ, ਕਹਿੰਦੇ ਸ਼ਬਦ ਨਾ ਭਾਖਿਆ, ਧਿਆਨ ਰੱਖਣਾ। ਜੋ ਆਪਾਂ ਬਚਪਨ ਤੋਂ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਨਾ ਘੜਨਾ, ਮਾਤਾ ਪਿਤਾ ਵੀ ਬੱਚਿਆਂ ਨਾਲ ਜਦੋਂ ਛੋਟੀ ਅਵਸਥਾ ਵਿੱਚ ਜਦੋਂ ਸਵੇਰੇ ਬੱਚਾ ਸਿੱਖਦਾ ਹੁੰਦਾ ਹੈ, ਤੇ ਅਸੀਂ ਉਹਨੂੰ ਸਿਖਾਉਂਦੇ ਕੀ ਆ, ਬੇਟਾ ਮੈਂ ਤੈਨੂੰ ਰੱਖਿਆ, ਮੈਂ ਸੰਭਾਲ ਲਿਆ, ਮੈਂ ਨਾ ਹੁੰਦਾ ਤੇ ਤੂੰ ਸੰਭਲਦਾ ਨਾ ਹੈ। ਮਹਾਰਾਜ ਕਹਿੰਦੇ ਮੇਰੀ ਮੇਰੀ ਕਰਕੇ ਆਪਾਂ ਨੇ ਬੱਚੇ ਨੂੰ ਪਾਲਿਆ। ਸੋ ਐਸੀ ਅਵਸਥਾ ਸਾਡੀ ਬਚਪਨ ਤੋਂ ਮਾਤਾ ਪਿਤਾ ਦੀ ਬੱਚਿਆਂ ਦੇ ਨਾਲ, ਕਹਿੰਦੇ ਭਾਈ ਸ਼ਬਦ ਦਾ ਧਿਆਨ ਨਾ ਦਿੰਦੇ ਹੋਏ ਬੋਲਦੇ, ਤੇ ਫਿਰ ਜਿਸ ਵੇਲੇ ਬੱਚੇ ਸ਼ਬਦ ਦਾ ਧਿਆਨ ਨਾ ਰੱਖ ਕੇ ਬੋਲਣ, ਫਿਰ ਉਹ ਜੀਵਨ ਚੋਟ ਵੱਜਦੀ, ਆਪਾਂ ਨੂੰ ਤਕਲੀਫ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਭਾਈ ਸ਼ਬਦ ਨੂੰ ਭਾਖਣਾ ਸਿੱਖੋ, ਉਚਾਰਨ ਕਰਨਾ ਸਿੱਖੋ,
ਬੋਲਣਾ ਸਿੱਖੋ, ਸ਼ਬਦ ਨੂੰ ਸਹੀ ਅਰਥ ਦੇ ਕੇ ਉਹਦਾ ਉਚਾਰਨ ਕਰੋ ਤਾਂ ਕਿ ਉਹ ਸ਼ਬਦ ਦਾ ਪ੍ਰਭਾਵ ਰਹੇ। ਜਦੋਂ ਤੱਕ ਤੁਸੀਂ ਸ਼ਬਦ ਨੂੰ ਅਰਥਮਈ ਨਹੀਂ ਬਣਾਓਗੇ, ਸ਼ਬਦ ਦਾ ਅਰਥ ਨਹੀਂ ਸਿੱਖੋਗੇ, ਉਹ ਸ਼ਬਦ ਨਾਲ ਜੀਵਨ ਕਹਿੰਦੇ ਬਦਲੇਗਾ ਨਹੀਂ, ਯਾਨੀ ਜੀਵਨ ਮੀਨਿੰਗਫੁਲ ਨਹੀਂ ਹੋਏਗਾ, ਜੀਵਨ ਵਿੱਚ ਅਰਥ ਨਹੀਂ ਆਏਗਾ। ਸ਼ਬਦ ਵਿੱਚ ਅਰਥ ਪਾਉਣਾ ਯਾਨੀ ਜੀਵਨ ਵਿੱਚ ਅਰਥ ਪਾਉਣਾ ਹੈ। ਸ਼ਬਦ ਨੂੰ ਮੀਨਿੰਗਫੁਲ ਕਰਕੇ ਬੋਲਣਾ, ਜੀਵਨ ਨੂੰ ਮੀਨਿੰਗਫੁਲ ਕਰਕੇ ਬਣਾਉਣਾ, ਧਿਆਨ ਰੱਖਣਾ। ਸੋ ਸ਼ਬਦ ਦੀ ਬਹੁਤ ਵੱਡੀ ਖੇਡ ਹੈ। ਮਹਾਰਾਜ ਕਹਿੰਦੇ ਇੱਕ ਤਾਂ ਤੁਸੀਂ ਬਿੰਦ ਨੂੰ ਨਹੀਂ ਰੱਖ ਪਾਏ, ਬਚਪਨ ਤੋਂ ਬੱਚਾ ਜਦੋਂ ਵਿਗੜਦਾ ਹੈ ਨਾ ਜੀ, ਬਿੰਦ ਕਰਕੇ ਹੀ ਵਿਗੜਦਾ, ਧਿਆਨ, ਬਿੰਦ ਨਹੀਂ ਸੰਭਾਲ ਪਾਉਂਦਾ, ਬਿੰਦ ਰੋਕ ਨਹੀਂ ਪਾਉਂਦਾ ਆਪਣੇ ਵੀਰਜ ਨੂੰ, ਨਾ ਬੱਚੀ ਤੇ ਨਾ ਬੱਚਾ ਰੋਕ ਪਾਉਂਦਾ। ਉਹ ਉਮਰ ਐਸੀ ਹੁੰਦੀ ਹੈ ਜਿਸ ਵੇਲੇ ਬਿੰਦ ਪੈਦਾ ਹੋਣ ਲੱਗ ਜਾਂਦਾ ਹੈ ਤੇ ਉਸ ਵੇਲੇ ਬੱਚਾ ਆਪਣੇ ਫਿਰ ਮਾਂ ਨੂੰ ਮਾਂ ਨਹੀਂ ਸਮਝਦਾ, ਪਿਓ ਨੂੰ ਪਿਓ ਨਹੀਂ ਸਮਝਦਾ, ਫਿਰ ਉਹਨੂੰ ਘਰ ਵਾਲੇ ਚੰਗੇ ਨਹੀਂ ਲੱਗਦੇ, ਧਿਆਨ ਰੱਖਣਾ। ਉਹ ਫਿਰ ਬਾਹਰ ਭਟਕਦਾ ਹੈ, ਉਹ ਫਿਰ ਐਸੇ ਡਰਾਸਟਿਕ ਸਟੈਪ ਲੈ ਲੈਂਦਾ ਹੈ, ਕਹਿੰਦੇ ਜੀਵਨ ਵਿੱਚ ਅੰਨਾ ਹੋ ਜਾਂਦਾ ਹੈ, ਧਿਆਨ ਰੱਖਣਾ, ਅੰਨਾ। ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਧਰ ਨੂੰ ਜਾਣਾ ਹੈ। ਕਹਿੰਦੇ ਭਾਈ ਫਿਰ ਉਹ ਬੰਦਾ ਔਖਾ ਹੋ ਕੇ ਜੀਵਨ ਦੇ ਵਿੱਚ ਫਿਰ ਕੁਕਰਮ ਕਰਨ ਲੱਗ ਜਾਂਦਾ, ਫਿਰ ਉਹ ਆਪਣਾ ਵੀਰਜ ਬਹਾਉਣ ਲੱਗ ਜਾਂਦਾ ਹੈ, ਹਸਤ ਮਸਤੂਣ ਕਰਨ ਲੱਗ ਜਾਂਦਾ ਹੈ ਬੱਚਾ, ਧਿਆਨ ਰੱਖਣਾ। ਉਹਨੂੰ ਯਾਨੀ ਜੀਵਨ ਦੇ ਵਿੱਚ ਕਿਰਿਆਸ਼ੀਲ ਕਰਨ ਵਾਸਤੇ ਬਿੰਦ ਨੂੰ ਉਹ ਫਿਰ ਦੂਜਿਆਂ ਦੇ ਪਰਾਏ ਬੱਚਿਆਂ ਦੇ ਘਰਾਂ 'ਚ ਭੱਜਦਾ ਹੈ, ਉਹਨਾਂ ਦੇ ਉਹ ਖਿਆਲਾਂ ਵਿੱਚ ਫਿਰ ਘਰ ਵਾਲੇ ਨੂੰ ਭੁੱਲ ਜਾਂਦਾ ਹੈ, ਉਹ ਸਾਰਾ ਰਿਸ਼ਤਾ ਟੁੱਟ ਜਾਂਦਾ ਹੈ, ਧਿਆਨ ਰੱਖਣਾ। ਫਿਰ ਉਤੋਂ ਸ਼ਬਦ ਨਹੀਂ ਚੰਗੀ ਤਰ੍ਹਾਂ ਬੋਲਦਾ ਕਿਉਂਕਿ ਸ਼ਬਦ ਨੂੰ ਘੜਿਆ ਨਹੀਂ ਹੈ, ਧਿਆਨ ਰੱਖਣਾ। ਫਿਰ ਜੀਵਨ 'ਚ ਮਹਾਰਾਜ ਕਹਿੰਦੇ ਪਵਨ ਨਾ ਸਾਧਿਆ, ਯਾਨੀ ਜੋ ਸਵਾਸ ਆਪਾਂ ਲੈਣੇ ਆ, ਰੱਬ ਨੂੰ ਯਾਦ ਕਰਕੇ ਸਾਧਨਾ ਨਹੀਂ ਕੀਤਾ, ਅਸੀਂ ਹਰ ਸਵਾਸ ਸਾਡਾ ਰੱਬ ਦੇ ਯਾਦ ਵਿੱਚੋਂ ਲੰਘ ਜਾਂਦਾ ਹੈ, ਧਿਆਨ, ਯਾਨੀ ਭੁੱਲ ਕੇ ਲੰਘਦਾ ਹੈ, ਯਾਦ ਨਹੀਂ ਆਉਂਦਾ ਰੱਬ। ਮਹਾਰਾਜ ਕਹਿੰਦੇ ਉਹ ਜਿਹੜਾ ਸਵਾਸ ਬਿਰਥਾ ਚਲਾ ਜਾ ਰਿਹਾ, ਸੋ ਮਹਾਰਾਜ ਕਹਿੰਦੇ ਉਹਨੂੰ ਸਾਧਨਾ ਨਹੀਂ ਕੀਤਾ। ਫਿਰ ਚੌਥੀ ਗੱਲ ਇੱਕ ਬਹੁਤ ਸੁੰਦਰ ਕਰਦੇ ਨੇ ਮਹਾਰਾਜ, ਕਹਿੰਦੇ ਸੱਚ ਨਾ ਆਰਾਧਿਆ, ਕਹਿੰਦੇ ਜੀਵਨ ਵਿੱਚ ਸੱਚ ਦੀ ਤਾਂ ਬੰਦਗੀ ਕੀਤੀ ਨਹੀਂ ਹੈ। ਬੰਦਗੀ ਦਾ ਅਰਥ ਇੱਥੇ ਮਹਾਰਾਜ ਆਰਾਧਿਆ ਦਾ ਅਰਥ ਸਮਝਣਾ ਜੀ, ਆਰਾਧਨਾ ਕਿਹਨੂੰ ਕਹਿੰਦੇ, ਕਿ ਜੀਵਨ ਵਿੱਚ ਰੱਬ ਆਪਣੇ ਵਿੱਚ ਹੋਵੇ, ਹਨਾ, ਤੇ ਆਪਾਂ ਜਦੋਂ ਤੱਕ ਆਰਾਧਾਂਗੇ ਨਹੀਂ ਤੇ ਉਦੋਂ ਤੱਕ ਆਪਾਂ ਰੱਬ ਦੇ ਵਿੱਚ ਸਮਾਵਾਂਗੇ ਨਹੀਂ। ਪਹਿਲਾਂ ਇਹਨਾਂ ਸ਼ਬਦਾਂ ਨੂੰ ਸਮਝੇ। ਆਰਾਧਨਾ ਦਾ ਅਰਥ ਹੈ ਕਿ ਆਰਾਧਨਾ ਅੱਧੇ ਹਿੱਸੇ ਤੇ ਧਿਆਉਣਾ, ਅੱਧੇ ਹਾਲੇ ਆਪਾਂ ਕੀ ਕਰਦੇ ਹਾਂ, ਅਸੀਂ ਪੂਰੇ ਹਿੱਸੇ ਤੇ ਆਪਣੇ ਆਪ ਨੂੰ ਧਿਆਉਂਦੇ ਹਾਂ, ਮੈਂ ਕੀਤਾ ਜੀ, ਮੈਂ ਕਰਤਾ ਜੀ, ਮੈਂ ਕੰਮ ਕਰ ਦਿੰਨਾ ਜੀ, ਮੈਂ ਕਰਕੇ ਦਿਖਾਤਾ ਜੀ, ਹਨਾ। ਉਹਦਾ ਅਰਥ ਹੈ ਕਿ ਪੂਰੇ ਧਿਆਨ ਦੇ ਨਾਲ, ਪੂਰੇ ਤਰੀਕੇ ਨਾਲ ਅਸੀਂ ਆਪਣੇ ਆਪ ਦਾ ਧਿਆਨ ਰੱਖਿਆ, ਰੱਬ ਦਾ ਧਿਆਨ ਹੀ ਨਹੀਂ ਆਇਆ। ਕਹਿੰਦੇ ਕਮ ਸੇ ਕਮ ਤੁਸੀਂ ਅੱਧੇ ਹਿੱਸੇ ਤਾਂ ਰੱਬ ਨੂੰ ਧਿਆਓ, ਅੱਧੇ ਹਿੱਸੇ ਦੇ। ਜਦੋਂ ਤੱਕ ਤੁਸੀਂ ਸ਼ੁਰੂ ਬੰਦਗੀ ਜਦੋਂ ਕਰਨੀ ਹੈ, ਅਸੀਂ ਅੱਧੇ ਹਿੱਸੇ ਤੇ ਧਿਆਉਣਾ ਸਿੱਖੋ, ਇਹਨੂੰ ਆਰਾਧਨਾ ਕਹਿੰਦੇ ਨੇ। ਅਸੀਂ ਹਾਲੇ ਆਰਾਧਨਾ ਨਹੀਂ ਕਰਨਾ ਸਿੱਖੇ। ਉਹਦਾ ਅਰਥ ਹੈ ਕਿ ਕੰਮ ਮੈਂ ਕੀਤਾ, ਅੱਧਾ ਹਿੱਸਾ ਉਹਦਾ ਕੀ ਰਹਿ ਗਿਆ, ਕਹਿੰਦੇ ਕਰਾਇਆ ਤੈਂ, ਧਿਆਨ ਰੱਖਣਾ। ਦੇਖਿਆ ਮੈਂ, ਦਿਖਾਇਆ ਤੈਂ, ਬੋਲਿਆ ਮੈਂ, ਬੁਲਾਇਆ ਤੈਂ, ਧਿਆਨ ਰੱਖ। ਘੱਟ ਬੈਠੇ ਰੱਬ ਨੂੰ ਬੋਲਣਾ, ਅੱਧੇ ਹਿੱਸੇ ਤੇ ਬੋਲਣਾ, ਪੂਰਾ ਹਿੱਸੇ ਤੇ। ਜਿਸ ਵੇਲੇ ਆਪਾਂ ਇਹ ਆਰਾਧਨਾ ਸਿੱਖਾਂਗੇ ਨਾ ਜੀ, ਤਾਂ ਜਾ ਕੇ ਆਪਾਂ ਉਹਨੂੰ ਸਹੀ ਤਰੀਕੇ ਨਾਲ, ਪੂਰੇ ਤਰੀਕੇ ਨਾਲ ਧਿਆਉਣਾ ਸਿੱਖਾਂਗੇ। ਹਾਲੇ ਤਾਂ ਆਰਾਧਨਾ ਨਹੀਂ ਸਿੱਖ ਪਾਏ ਅਸੀਂ ਆਪਣੇ ਜੀਵਨ ਦੇ ਵਿੱਚ ਖਿਆਲ ਕਰਨਾ। ਹੁਣ ਖਿਆਲ ਕਰਿਓ, ਜੇ ਮੈਂ ਉੱਠਿਆ ਅੱਧੇ ਹਿੱਸੇ ਤੇ ਮੈਨੂੰ ਕੀ ਕਹਿਣਾ ਚਾਹੀਦਾ ਸੀ, ਮੈਂ ਤਾਂ ਉੱਠਿਆ ਕਿਉਂਕਿ ਤੈਂ ਉਠਾਇਆ, ਹਨਾ। ਜੇ ਫਿਰ ਮੈਂ ਜੇ ਕੋਈ ਕੰਮ ਕੀਤਾ ਤੇ ਮੇਰੇ ਮਨ ਨੇ ਕੀ ਕਹਿਣਾ ਸੀ, ਮੈਂ ਤਾਂ ਕੀਤਾ ਕਿਉਂਕਿ ਤੈਂ ਕਰਾਇਆ। ਪਹਿਲਾਂ ਇਹ ਕਨੈਕਸ਼ਨ ਤਾਂ ਹੋਵੇ, ਇੱਥੋਂ ਬੰਦਗੀ ਨੇ ਅੱਗੇ ਚੱਲਣਾ ਹੈ, ਧਿਆਨ ਰੱਖਣਾ। ਮੈਂ ਇਸ ਘਰ ਵਿੱਚ ਤਾਂ ਆਇਆ ਕਿਉਂਕਿ ਤੈਂ ਭੇਜਿਆ, ਇਸ ਘਰੋਂ ਮੈਂ ਜਾਊਂਗਾ ਤਾਂ ਜਦ ਤੂੰ ਲੈ ਕੇ ਜਾਏਗਾ, ਹਨਾ। ਆਪਾਂ ਸੰਸਾਰ ਵਿੱਚ ਤਾਂ ਆਇਆ ਕਿਉਂਕਿ ਰੱਬ ਨੇ ਭੇਜਿਆ, ਆਪਣੀ ਮਰਜ਼ੀ ਨਾਲ ਤਾਂ ਨਹੀਂ ਕੋਈ ਆ ਸਕਦਾ, ਧਿਆਨ ਰੱਖਣਾ। ਆਪਣੀ ਮਰਜ਼ੀ ਨਾਲ ਆਪਾਂ ਕਿਸੇ ਦਾ ਕੁੰਡਾ ਖੜਕਾ ਕੇ ਨਹੀਂ ਪੈਦਾ ਹੋਏ, ਧਿਆਨ ਰੱਖਣਾ। ਇਹ ਰੱਬ ਨੇ ਭੇਜਿਆ ਤਾਂ ਆਪਾਂ ਨੇ ਜਨਮ ਲਿਆ। ਆਪਾਂ ਜਦੋਂ ਮਰਾਂਗੇ, ਮਹਾਰਾਜ ਕਹਿੰਦੇ ਪੁੱਛਣਾ ਸਾਜੇ ਪੁੱਛਣਾ ਢਾਹੇ, ਉਹਨੇ ਪੁੱਛਣਾ ਨਹੀਂ ਹੈ ਆਪਾਂ ਨੂੰ ਕਿ ਚੱਲਣਾ ਬੇਟਾ ਤੈਂ, ਹਨਾ। ਆਪਾਂ ਤੋਂ ਰਾਏ ਨਹੀਂ ਲੈਣੀ ਰੱਬ ਨੇ, ਤੂੰ ਰਾਏ ਦੇ ਬੇਟਾ, ਤੈਨੂੰ ਲੈ ਕੇ ਚੱਲੀਏ, ਹਨਾ। ਤੇ ਉਸ ਵੇਲੇ ਆਪਾਂ ਕੀ ਜਵਾਬ ਦਿਆਂਗੇ, ਇਹੀ ਕਹਾਂਗੇ ਨਹੀਂ ਮਹਾਰਾਜ ਹਾਰੇ ਨਹੀਂ ਜਾਣਾ,
ਹਨਾ। ਹਾਲੇ ਨਹੀਂ, ਹਾਲੇ ਤਾਂ ਮੇਰੇ ਹੁਣੇ ਤਾਂ ਮੈਂ ਸੰਸਾਰ 'ਚ ਖੇਡਣ ਲੱਗਿਆ, ਹੁਣੇ ਤਾਂ ਮੈਂ ਸੰਸਾਰ ਦੇ ਵਿੱਚ ਵਿਚਰਨ ਲੱਗਿਆ, ਹੁਣੇ ਤਾਂ ਮੈਂ ਬਹੁਤ ਕੁਛ ਦੇਖਣਾ ਹੈ, ਹਨਾ। ਹਾਲੇ ਤਾਂ ਮੈਂ ਵਿਚਰਿਆ ਹੀ ਨਹੀਂ ਕੁਛ, ਹਾਲੇ ਤਾਂ ਜੀਵਨ ਵਿੱਚ ਐਂ ਲੱਗਦਾ ਕਿ ਮੈਂ ਹਾਲੇ ਪੈਦਾ ਹੀ ਹੋਇਆ। ਸੋ ਮਹਾਰਾਜ ਕਹਿੰਦੇ ਰੱਬ ਨਾ ਪੁੱਛਦਾ ਜਦੋਂ ਲੈ ਕੇ ਜਾਊਗਾ, ਕਹਿੰਦੇ ਜਿਸ ਵੇਲੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ। ਸਭ ਦਾ ਕਹਿੰਦੇ ਭਾਈ ਆਏ, ਸਭ ਨੂੰ ਪਹੁੰਚਾ ਆਉਣਾ ਹੈ। ਜਿਸ ਵੇਲੇ ਰੱਬ ਬੁਲਾਵੇ, ਇਹ ਸਦੜਾ ਪੈਣਾ ਆਪਾਂ ਨੂੰ। ਕਹਿੰਦੇ ਭਾਈ ਉਸ ਵੇਲੇ ਆਪਣਾ ਮਨ ਕਹਿ ਸਕੇ, ਕਹਿੰਦੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ, ਸੱਦਨਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਐਸੀ ਸੋਝੀ ਮੈਨੂੰ ਮੇਰੇ ਮਾਲਕ, ਜਿਸ ਵੇਲੇ ਤੂੰ ਮੈਨੂੰ ਸੱਦੇ ਨਾ ਕਿ ਬੇਟਾ ਚੱਲ, ਤੇ ਮੇਰੀ ਇਤਨੀ ਤਿਆਰੀ ਹੋ ਜਾਏ, ਮੇਰਾ ਮਨ ਕਹਿ ਸਕੇ ਮਾਰ ਚਲੋ ਚਲੀਏ, ਹੁਣ ਚੱਲੀ। ਕਿਉਂਕਿ ਮੈਨੂੰ ਤਾਂ ਦੱਸ ਦਿੱਤਾ ਕਿ ਜੀਵਨ ਵਿੱਚ ਰਹਿੰਦਿਆਂ ਹੋਇਆਂ, ਜਿਸ ਵੇਲੇ ਮੈਂ ਆਰਾਧਨਾ ਸਿੱਖਿਆ ਸੀ ਕਿ ਮੈਂ ਸਵਾਸ ਲੈਂਦਾ ਹੀ ਤਾਂ ਕਿਉਂਕਿ ਤੂੰ ਦਿਨਾ, ਮੈਂ ਬੋਲਿਆ ਹੀ ਤਾਂ ਕਿਉਂਕਿ ਤੈਂ ਬੁਲਾਇਆ, ਅੱਧੇ ਹਿੱਸੇ ਮੈਂ ਧਿਆਨ ਲੱਗਿਆ, ਫਿਰ ਮੈਨੂੰ ਧਿਆਉਣਾ ਆਇਆ। ਧਿਆਉਣਾ ਕਿਵੇਂ ਆਇਆ ਕਿ ਬੋਲਦਾ ਵੀ ਤੂੰ ਸੀ, ਬੁਲਾਉਂਦਾ ਵੀ ਤੂੰ ਸੀ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨਾਂ ਵਰਨਾ ਜਾਣਾ। ਫਿਰ ਮੈਨੂੰ ਪਤਾ ਲੱਗਦਾ ਸੀ, ਮੈਂ ਲਿਖਦਾ ਸੀ ਤੇ ਤੂੰ ਲਿਖਾਉਂਦਾ ਸੀ, ਐਂ ਸਮਝਦਾ ਸੀ ਨਾ ਪਹਿਲਾਂ। ਹੁਣ ਮੇਰਾ ਸਮਝ, ਇਹ ਸਮਝ ਬਦਲ ਗਈ। ਹੁਣ ਸਮਝ ਕਹਿੰਦੀ ਹੈ ਕਿ ਲਿਖਦਾ ਵੀ ਤੂੰ ਸੀ, ਲਿਖਾਉਂਦਾ ਵੀ ਤੂੰ ਸੀ, ਬੋਲਦਾ ਵੀ ਤੂੰ ਸੀ, ਬੁਲਾਉਂਦਾ ਵੀ ਤੂੰ ਸੀ, ਕਰਦਾ ਵੀ ਤੂੰ ਸੀ, ਕਰਾਉਂਦਾ ਵੀ ਤੂੰ ਸੀ। ਇਹ ਜਿਉਂਦਿਆਂ ਜੀ ਆਪਣੇ ਮਨ ਨੇ ਇਸ ਰਸਤੇ ਨੂੰ ਟਰੈਵਲ ਕਰਨਾ ਹੈ, ਇਸ ਰਸਤੇ ਤੇ ਦੀ ਆਪਣੇ ਮਨ ਨੇ ਲੰਘਣਾ ਹੈ, ਧਿਆਨ ਰੱਖਣਾ। ਕਹਿੰਦੇ ਇਸ ਸੱਚ ਨੂੰ ਆਰਾਧਨਾ ਸਿੱਖੋ, ਸੱਚ ਨੂੰ ਆਰਾਧਨਾ, ਜਿਹੜਾ ਸੱਚ ਹਮੇਸ਼ਾ ਸੱਚ ਹੈ, ਜਿਹੜਾ ਪਹਿਲਾਂ ਤੋਂ ਹੀ ਇਸ ਤਰ੍ਹਾਂ ਜੀਵਾਂ ਦੇ ਵਿੱਚ ਵਸਦਾ ਸੀ। ਜੀਵ ਤਾਂ ਕਰਦੇ ਸੀ ਕਿਉਂਕਿ ਰੱਬ ਕਰਾਉਂਦਾ ਸੀ, ਇਹ ਸੱਚ ਹੈ। ਫਿਰ ਉਹ ਕਹਿੰਦੇ ਸੀ ਮਾਲਕ ਤੈਂ ਕਰਾਇਆ ਸੀ ਤੇ ਕੀਤਾ ਵੀ ਤੈਂ ਸੀ, ਤੂੰ ਬੁਲਾਉਂਦਾ ਸੀ, ਬੋਲਦਾ ਵੀ ਤੂੰ ਸੀ। ਐਸਾ ਜਿਸ ਵੇਲੇ ਬੋਲਣ ਲੱਗ ਜਾ ਤੇ ਸਮਝੋ ਪੂਰਾ ਧਿਆਨ ਲੱਗ ਗਏ ਰੱਬ ਨੂੰ, ਹਨਾ, ਰੱਬ ਦੇ ਵਿੱਚ ਮਿਲਣ ਲੱਗ ਗਿਆ। ਉਹ ਫਿਰ ਐਸੇ ਵਿਅਕਤੀ ਰੱਬ ਵਰਗੇ ਹੁੰਦੇ ਸੀ। ਧਿਆਨ ਰੱਖਣਾ, ਹਰ ਜਨ, ਹਰੇਕ ਬੰਦੇ ਨੇ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਪੁਰਖੇ ਸੇਵੇ ਸੇ ਪੁਰਖ ਹੋਵੇ। ਉਹ ਫਿਰ ਰੱਬ ਵਰਗੇ ਹੁੰਦੇ ਸੀ। ਐਸੀ ਅਵਸਥਾ ਕੇ ਵਿੱਚ ਮਹਾਰਾਜ ਕਹਿੰਦੇ ਭਾਈ ਹਰੇਕ ਬੰਦੇ ਨੇ ਟਰੁਥਫੁਲੀ, ਜੋ ਬਾਣੀ ਸਾਨੂੰ ਸਮਝਾਉਂਦੀ ਹੈ ਉਸ ਤਰ੍ਹਾਂ ਆਰਾਧਨਾ ਤੋਂ ਸ਼ੁਰੂ ਕਰਨਾ, ਸੱਚ ਨੂੰ ਆਰਾਧਨ ਲੱਗਣਾ, ਤਾਂ ਸੱਚ ਵਿੱਚ ਸਮਾਵਾਂਗੇ, ਨਹੀਂ ਤਾਂ ਸਮਾਇਆ ਨਹੀਂ ਜਾਣਾ। ਸੋ ਮਹਾਰਾਜ ਨੇ ਐਸੀ ਅਵਸਥਾ ਕਹਿੰਦੇ ਸਮਝਾਉਣੀ ਕੀਤੀ। ਕਹਿੰਦੇ ਬਿੰਦ ਦੀ ਵੀ ਜਗ੍ਹਾ ਦੱਸੀ, ਹਨਾ, ਕਿਵੇਂ ਬਿੰਦ ਨੂੰ ਸੰਭਾਲਣਾ ਹੈ। ਹਾਂਜੀ, ਕਿਵੇਂ ਬਿੰਦ ਜੀਵਨ ਦੇ ਵਿੱਚ ਤੁਹਾਡਾ ਸਾਰਾ ਸਰੂਪ ਬਣਦਾ। ਮਾਂ ਕੀ ਰਕਤ ਪਿਤਾ ਕਾ, ਪਿਤਾ ਬਿੰਦ ਧਾਰਾ। ਕਹਿੰਦੇ ਮੂਰਤ ਸੂਰਤ ਕਰ ਅਪਾਰਾ। ਇਹ ਜਿਤਨੀ ਸੰਸਾਰ ਦੀ ਮੂਰਤ ਸੂਰਤ ਨਜ਼ਰ ਆਉਂਦੀ ਹੈ, ਇਹ ਰੱਬ ਦੀ ਆਪਣੀ ਹੈ, ਧਿਆਨ ਰੱਖਣਾ। ਸੋ ਜੀਵਨ ਵਿੱਚ ਮਾਤਾ ਦਾ ਬਿੰਦ ਰਕਤ ਬਣ ਕੇ, ਪਿਤਾ ਦਾ ਬਿੰਦ ਬਣ ਕੇ, ਕਹਿੰਦੇ ਸੰਸਾਰ, ਕਹਿੰਦੇ ਜੋਤ ਦਾਤ, ਕਹਿੰਦੇ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ। ਐ ਮੇਰੇ ਕਰਤਾ ਜੀ, ਮੇਰੇ ਮਾਲਕ ਜੀ, ਤੂੰ ਹਰੇਕ ਜਗ੍ਹਾ ਵਿੱਚ ਵਸ ਰਿਹਾ ਹੈ। ਕਹਿੰਦੇ ਜਿੱਥੇ ਵੀ ਮੈਂ ਜਾਣਾ ਉੱਥੇ ਤੂੰ ਮੇਰਾ ਸਾਥ ਹੈ। ਯਾਨੀ ਜਿਸ ਵੀ ਕਹਿੰਦੇ ਸਰੂਪ ਦੇ ਵਿੱਚ ਮੈਂ ਮਿਲਦਾ, ਉੱਥੇ ਤੇਰਾ ਸਰੂਪ ਨਜ਼ਰ ਆਉਂਦਾ ਹੈ। ਧਿਆਨ ਰੱਖਣਾ। ਤੁਝੀ ਕੀਆ ਜੰਮਨ ਮਰਨਾ, ਗੁਰ ਤੇ ਸਮਝ ਪੜੀ ਕਿਆ ਡਰਨਾ। ਹਨਾ, ਜਿਸ ਵੇਲੇ ਗੁਰੂ ਨੇ ਮੈਨੂੰ ਆ ਗੁਰ ਦਿੱਤਾ, ਜੁਗਤ ਦੱਸੀ, ਫਿਰ ਮੇਰਾ ਜਨਮ ਕਹਿੰਦੇ ਮਰਨ ਦੀ ਅਵਸਥਾ ਤੋਂ ਮੇਰਾ ਡਰ ਖਤਮ ਹੋ ਗਿਆ, ਲੋਕਾਂ ਦੀ ਅਵਸਥਾ ਤੋਂ ਮੈਂ ਡਰ ਨੂੰ ਹਟ ਗਿਆ। ਧਿਆਨ ਰੱਖਣਾ। ਕਹਿੰਦੇ ਤੂੰ ਦਿਆਲ ਦਇਆ ਕਰ ਦੇਖੋ, ਦੇਖੈ ਦੁੱਖ ਦਰਦ ਸਰੀਰੋਂ ਜਾਈ ਹੈ। ਕਹਿੰਦੇ ਜੀਵਨ ਦਾ, ਕਹਿੰਦੇ ਦੁੱਖ ਦਰਦ ਸਰੀਰੋਂ ਹੀ ਖਤਮ ਹੋ ਜਾਂਦਾ ਹੈ। ਕਹਿੰਦੇ ਐਸੀ ਅਵਸਥਾ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਸਿੱਖ ਦੀ ਬਣਦੀ ਹੈ। ਸੋ ਸੱਚੇ ਪਾਤਸ਼ਾਹ ਇੱਥੇ ਆ ਸਾਰੇ ਬਿੰਦ ਦੇ ਸ਼ਬਦ ਨੇ ਜੋ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਕਹਿੰਦੇ ਭਾਈ ਐਸੀ ਜੀਵਨ ਦੇ ਵਿੱਚ ਸਾਰੀ ਕਿਰਿਆ ਉਤਪੰਨ ਹੋ ਰਹੀ ਹੈ। ਹੁਣ ਅਗਲਾ ਸ਼ਬਦ ਪ੍ਰਸ਼ਨ ਪੁੱਛ ਰਹੇ ਨੇ, ਧਿਆਨ ਸੱਚੇ ਪਾਤਸ਼ਾਹ ਜੀ ਨੂੰ। ਕਹਿੰਦੇ ਅਕਥ, ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਉੱਤਰ ਦਿੱਤਾ ਹੈ। ਕਹਿੰਦੇ ਅਕਥ ਕਥਾ ਲੈ ਸਮ ਕਰ ਰਹਿ, ਤਉ ਨਾਨਕ ਆਤਮ ਰਾਮ ਕੋ ਲਹਿ। ਕਹਿੰਦੇ ਆ ਜਿਹੜੀ ਅਕਥ ਕਥਾ ਹੈ, ਧਿਆਨ ਜੋ ਕਥੀ ਨਹੀਂ ਜਾਂਦੀ, ਆਮ ਸੰਸਾਰ ਦੇ ਬੰਦੇ ਅਰਾਧਦੇ ਨਹੀਂ, ਆਪਣੇ ਆਪ ਦਾ ਕਹਿੰਦੇ ਭਾਈ ਮੈਂ ਕਰਕੇ ਆਪਣੇ ਆਪ ਨੂੰ ਜਲਾਉਂਦੇ ਨੇ, ਹਨਾ। ਕਹਿੰਦੇ ਭਾਈ ਉਹਨਾਂ ਨੇ ਸੰਸਾਰੀ ਕਥਾ ਸੁਣੀਆਂ ਹੋਈਆਂ ਨੇ। ਆ ਜਿਹੜੀਆਂ ਕਥਾ ਮਹਾਰਾਜ ਦੀਆਂ ਵੀ ਲਿਖੀਆਂ ਹੋਈਆਂ ਨੇ, ਸੰਸਾਰੀ ਤੌਰ ਤੇ ਲਿਖਣ ਦੀ ਕੋਸ਼ਿਸ਼ ਕੀਤੀਆਂ ਲੋਕਾਂ ਨੇ।
ਗੁਰਮਤ ਅਨੁਸਾਰ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਗੁਰਮਤ ਅਨੁਸਾਰ ਤਾਂ ਅਕਥ ਕਥਾ ਹੈ। ਕਹਿੰਦੇ ਕਿਸੇ ਸਰੀਰ ਦਾ ਮਹਾਰਾਜ ਨੇ ਕਥਾ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਨਹੀਂ ਹੈ। ਧਿਆਨ ਰੱਖਣਾ, ਹਰ ਉਸ ਘਟ ਬੈਠੇ ਮਾਲਕ ਦੇ ਨਾਲ ਜੁੜ ਕੇ ਸਰੀਰ ਦਾ ਕੀਤਾ ਹੋਏ ਨੂੰ ਰੱਬ ਦਾ ਕੀਤਾ ਕਰਕੇ ਜਨਾ ਕੇ ਆਪਣੇ ਆਪ ਨੂੰ ਜਨਾਇਆ ਨਹੀਂ ਜੋ ਵੀ ਕੀਤਾ ਹੋਇਆ ਉਹਨਾਂ ਚ। ਧਿਆਨ ਰੱਖਣਾ, ਕਹਿੰਦੇ ਐਸੇ ਅਕਥ ਕਥਾ ਕਹਿੰਦੇ ਲੈ ਸਮ ਕਰ ਰਹੇ। ਕਹਿੰਦੇ ਭਾਈ ਆਹ ਜਿਹੜੀ ਅਕਥ ਕਥਾ ਹੈ ਇਹਨੂੰ ਹਿਰਦੇ ਵਿੱਚ ਧਾਰਨ ਕਰੇ ਤੇ ਸਾਡਾ ਮਨ ਟਿਕਿਆ ਰਹੇ, ਸਮ ਰਹੇ। ਸਮ ਦਾ ਅਰਥ ਹੈ ਜਿਸ ਘਰ ਦੇ ਵਿੱਚ ਮੈਂ ਬੈਠਾ ਉਸ ਘਰ ਦੇ ਵਿੱਚ ਰੱਬ ਨੇ ਬਿਠਾਇਆ ਤਾਂ ਮੈਂ ਬੈਠਾ, ਪਹਿਲੀ ਗੱਲ। ਫਿਰ ਦੂਜੀ ਗੱਲ ਕਿ ਰੱਬ ਆਪ ਬੈਠਾ ਤੇ ਆਪ ਉਹਨੇ ਬਿਠਾਇਆ। ਰੱਬ ਆਪ ਕਰਦਾ ਤੇ ਆਪ ਕਰਾਉਂਦਾ ਹੈ। ਰੱਬ ਆਪ ਬੋਲਾਉਂਦਾ ਤੇ ਰੱਬ ਆਪ ਬੋਲਦਾ। ਇਹਨੂੰ ਕਹਿੰਦੇ ਸਮ ਹੋ ਜੇ। ਧਿਆਨ ਰੱਖਣਾ, ਆਏ ਅਕਥ ਕਥਾ ਨੂੰ ਲੈਣਾ ਤੇ ਕਹਿੰਦੇ ਆਪਣੇ ਜੀਵਨ ਦੀ ਕਥਾ ਨੂੰ ਘਟ ਬੈਠੇ ਰੱਬ ਦੀ ਕਥਾ ਦੇ ਨਾਲ ਕਹਿੰਦੇ ਅਕਥ ਕਥਾ ਦੇ ਨਾਲ ਕਹਿੰਦੇ ਸਮ ਕਰ ਦੇਣਾ। ਮਹਾਰਾਜ ਨੇ ਕਰਤਾ ਜੀਵਨ ਵਿੱਚ ਆਪਣੇ ਆਪ ਨੂੰ ਇਤਨਾ ਸਮ ਕਰਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤਾਂ ਨੇ ਆਪਣੇ ਅੰਦਰ ਕਹਿੰਦੇ ਭਾਈ ਜਿਹੜੇ ਭਗਤ ਪਾਤਸ਼ਾਹ ਰੂਪ ਹੋ ਕੇ ਸੰਸਾਰ ਵਿੱਚ ਵਿਚਰੇ, ਭਗਤ ਵੀ ਪਾਤਸ਼ਾਹ ਨੇ। ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਕਹਿੰਦੇ ਇਹਨਾਂ ਨੇ ਆਪਣੇ ਜੀਵਨ ਨੂੰ ਸਮ ਕਰਤਾ, ਅੰਤਰ ਮਿਟਾਤਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਧਿਆਨ ਰੱਖਣਾ, ਐਸੀ ਅਵਸਥਾ ਕਹਿੰਦੇ ਤਉ ਨਾਨਕ ਕਹਿੰਦੇ ਆਤਮ ਰਾਮ ਕਉ ਲਹੈ। ਕਹਿੰਦੇ ਤਾਂ ਕਹਿੰਦੇ ਨਾਨਕ ਕੌਣ ਬੋਲ ਰਹੇ ਨੇ? ਨਾਨਕ ਦੇ ਵਿੱਚੋਂ ਕਹਿੰਦੇ ਰੱਬ ਬੋਲ ਰਹੇ ਨੇ ਤੇ ਰੱਬ ਦੀ ਕਿਰਿਆ ਨੂੰ ਨਾਨਕ ਸਮਝਾ ਰਹੇ ਨੇ ਉਹਨਾਂ ਨੂੰ। ਉਹਦਾ ਅਰਥ ਹੁਣ ਆਪਾਂ ਜਦੋਂ ਬੋਲੀਏ ਤੇ ਕੀ ਬੋਲੀਏ? ਇਹ ਬੋਲਾਂਗੇ ਕਿ ਰੱਬ ਨਾਨਕ ਰੂਪ ਹੋ ਕੇ ਆਪ ਉਹਨਾਂ ਨੂੰ ਸਮਝਾ ਰਿਹਾ ਹੈ ਕਿ ਭਾਈ ਤਾਂ ਆਤਮ ਰੂਪੀ ਰਾਮ ਜੋ ਰਮਿਆ ਹੋਇਆ ਹੈ ਉਹ ਪ੍ਰਾਪਤ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਅਸੀਂ ਆਤਮਾ ਦੇ ਗੁਣ ਗਾਉਂਦੇ ਹੀ ਨਹੀਂ ਹਾਂ। ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਧਿਆਨ, ਸਾਡੀ ਜਿਹੜੀ ਅਵਸਥਾ ਹੈ ਗਾਉਣ ਦੀ ਘਟ ਬੈਠੇ ਰੱਬ ਨੂੰ ਕਹਿੰਦੇ ਆਤਮ ਸਰੂਪ ਰਾਮ ਨੂੰ ਗਾਉਣ ਦੀ ਹੋਈ ਨਹੀਂ ਰਹੀ। ਸੋ ਇਸ ਗੱਲ ਨੂੰ ਵਿਚਾਰੋ। ਕਹਿੰਦੇ ਇਹ ਜੀਵਨ ਦੀ ਅਵਸਥਾ ਕਹਿੰਦੇ ਤਉ ਨਾਨਕ ਆਤਮ ਰਾਮ ਕੋਲ ਹੈ। ਫਿਰ ਹੁਣ ਅੱਗੇ ਸਮਝਾ ਰਹੇ ਨੇ, ਕਹਿੰਦੇ ਗੁਰ ਪ੍ਰਸਾਦੀ ਰੰਗ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ। ਕਹਿੰਦੇ ਜੀਵਨ ਦੇ ਵਿੱਚ ਕਹਿੰਦੇ ਆ ਜਿੰਨੀ ਅਵਸਥਾ ਹੈ ਹੁਣ ਅਗਲੀ ਸਮਝਾਉਣਗੇ। ਪਹਿਲਾਂ ਇਸ ਸ਼ਬਦ ਨੂੰ ਇੱਕ ਵਾਰ ਆਪਾਂ ਫੇਰ ਪੜ੍ਹ ਕੇ ਉੱਥੇ ਚੱਲੀਏ। ਕਹਿੰਦੇ ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ ਸੱਚ ਨਾ ਆਰਾਧਿਆ। ਅਕਥ ਕਥਾ ਲੈ ਸਮ ਕਰ ਰਹੈ, ਤਉ ਨਾਨਕ ਆਤਮ ਰਾਮ ਕਉ ਲਹੈ। ਅੱਗੇ ਹੁਣ ਕਹਿੰਦੇ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ। ਕਹਿੰਦੇ ਭਾਈ ਗੁਰ ਪ੍ਰਸਾਦੀ, ਇਸ ਗੱਲ ਨੂੰ ਥੋੜਾ ਜਿਹਾ ਆਪਣੇ ਹਿਰਦੇ ਚ ਵਸਾਉਣਾ ਕਿ ਜਿਸ ਵੇਲੇ ਗੁਰ ਪ੍ਰਸਾਦ ਦਾ ਜ਼ਿਕਰ ਹੋਵੇ ਤੇ ਸਾਨੂੰ ਕੀ ਸਮਝਣਾ ਚਾਹੀਦਾ ਕਿ ਅਸੀਂ ਜਿਸ ਵੇਲੇ ਗੁਰ ਪ੍ਰਸਾਦ ਦਾ ਜ਼ਿਕਰ ਕਰੀਏ, ਆਹ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਮੇਸ਼ਾ ਆਉਂਦੇ ਨੇ। ਧਿਆਨ, ਇੱਕ ਪੈਰ ਚ ਰਾਰਾ ਪ੍ਰਸਾਦ, ਇੱਕ ਪੂਰਾ ਰਾਰਾ ਪ੍ਰਸਾਦ। ਉੱਪਰਲਾ ਜਿਹੜਾ ਸ਼ਬਦ ਪੜ ਰਹੇ ਹਾਂ ਪ੍ਰਸਾਦ, ਨਿਚਲਾ ਪੂਰਾ ਪਰ ਗੁਰ ਪ੍ਰਸਾਦ। ਇਹਦਾ ਕੀ ਫਰਕ ਹੈ ਇਹ ਜਰਾ ਸਮਝਣਾ ਕਿ ਜੀਵਨ ਵਿੱਚ ਆਹ ਦੋ ਸ਼ਬਦ ਜਿਸ ਵੇਲੇ ਆਉਣ। ਹੁਣ ਦੇਖੋ ਇੱਥੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹੈ। ਜਿੱਥੇ ਪੂਰਾ ਰਾਰਾ ਆ ਰਿਹਾ ਹੈ ਉਹਦਾ ਅਰਥ ਇਹ ਹੈ ਕਿ ਜੋ ਗੁਰੂ ਸਾਨੂੰ ਗੁਰ ਦੇ ਰਹੇ ਨੇ, ਜਿਸ ਵੇਲੇ ਉਹ ਗੁਰ ਸਾਡਾ ਮਨ ਸਮਝ ਜਾਏ ਤੇ ਸਮਝੋ ਕਿ ਰੱਬ ਦੇ ਗੁਰ ਨੇ ਸਾਨੂੰ ਰੱਬ ਦੀ ਗੱਲ ਸਮਝਾ ਦਿੱਤੀ। ਜਿਸ ਵੇਲੇ ਉਹ ਸਮਝ ਆ ਜਾਏਗੀ ਨਾ, ਪੂਰੀ ਗੱਲ ਸਮਝ ਆ ਜਾਏਗੀ, ਤਾਂ ਸਮਝਣਾ ਗੁਰ ਪ੍ਰਸਾਦ ਵਰਤ ਗਿਆ, ਪੂਰਾ ਰਾਰਾ ਪਰਮ ਪਦ ਪਾਇਆ। ਫਿਰ ਪਰਮ ਪਦਵੀ ਨੂੰ, ਰੱਬ ਦੀ ਪਦਵੀ ਪਰਮ ਪਦਵੀ ਹੈ, ਉਸ ਪਦਵੀ ਨੂੰ ਪ੍ਰਾਪਤ ਹੁੰਦਾ ਜੀਵਨ। ਕਹਿੰਦੇ ਸੁੱਕੇ ਕਾਸ਼ਟ ਹਰਿਆ, ਕਹਿੰਦੇ ਫਿਰ ਸੁੱਕੀ ਲੱਕੜ ਵੀ ਕਹਿੰਦੇ ਹਰੀ ਭਰੀ ਹੋ ਜਾਂਦੀ। ਐਸੀ ਅਵਸਥਾ
पूरा रारा जिस वेले गुर प्रसाद दा आवे है ना, ओदे ਇਹ ਧਿਆਨ ਰੱਖਣਾ ਕਿ ਜਿਸ ਵੇਲੇ ਪੂਰੇ ਗੁਰੂ ਦੇ ਦੱਸੇ ਹੋਏ ਗੁਰ ਦੀ ਕਹਿੰਦੇ ਉਹ ਸਮਝ ਪੂਰੀ ਜਿਸ ਵੇਲੇ ਮਾਲਕ ਆਪ ਦਿੰਦਾ ਹੈ ਪੂਰੀ ਆ ਜਾਏ ਤਾਂ ਕਹਿੰਦੇ ਮੋਹੇ ਮਿਲਿਆ ਥਾਂ, ਮੈਨੂੰ ਫਿਰ ਰੱਬ ਦਾ ਥਾਂ ਮਿਲ ਗਿਆ। ਕਹਿੰਦੇ ਗੁਰ ਕੈ ਬਚਨ ਧਿਆਇਓ ਮੋਹੇ ਨਾਉ। ਕਹਿੰਦੇ ਜੋ ਗੁਰੂ ਸਾਹਿਬ ਮੈਨੂੰ ਗੁਰ ਦੇ ਰਹੇ ਸੀ ਨਾ, ਸੋਝੀ ਦੇ ਰਹੇ ਸੀ, ਅੰਡਰਸਟੈਂਡਿੰਗ ਦੇ ਰਹੇ ਸੀ ਬਾਣੀ ਰਾਹੀਂ, ਉਹਨਾਂ ਸ਼ਬਦਾਂ ਦੁਆਰਾ ਉਹਨਾਂ ਬਚਨਾਂ ਦੁਆਰਾ ਆਪਣੇ ਅੰਦਰ ਵਸਾਏ, ਫਿਰ ਘੱਟ ਬੈਠੇ ਰੱਬ ਨੂੰ ਧਿਆਇਆ ਹਨਾ, ਉਹ ਫਿਰ ਨਿਰਾਕਾਰ ਦੀ ਮੈਂ ਉਸਤਤ ਕਰਨ ਲੱਗਿਆ। ਹਾਂ ਕਹਿੰਦੇ ਇਹਨੂੰ ਨਾਉ ਕਹਿੰਦੇ ਨੇ। ਕਹਿੰਦੇ ਤਾਂ ਕਹਿੰਦੇ ਗੁਰ ਪ੍ਰਸਾਦ ਮੋਹੇ ਮਿਲਿਆ ਥਾਉ। ਕਹਿੰਦੇ ਜਿਸ ਵੇਲੇ ਗੁਰ ਪੂਰੀ ਮੇਰੇ ਉੱਤੇ ਕਿਰਪਾ ਕਰਤੀ, ਗੁਰ ਨੇ ਸੋਝੀ ਮੇਰੇ ਅੰਦਰ ਵਸ ਗਈ, ਰੱਬ ਨੇ ਵਸਾਤੀ, ਦੋਨੋਂ ਪਾਸੋਂ ਕੰਨਾਂ ਲਾ ਕੇ ਬੋਲ ਕੇ ਸ਼ਬਦ ਬੋਲਣਾ ਤਾਂ ਪੂਰਾ ਰਾਰਾ ਬੋਲਦਾ ਹੈ। ਧਿਆਨ ਰੱਖਣਾ ਆਏ ਪੂਰੇ ਰਾਰੇ ਦੇ ਸ਼ਬਦ ਤੁਹਾਨੂੰ ਦਰਸ਼ਨ ਕਰਾ ਰਹੇ ਹੈ, ਇਹਨਾਂ ਨੂੰ ਦਰਸ਼ਨ ਕਰਿਓ। ਫਿਰ ਪੈਰ ਚ ਰਾਰਾ ਜਿਸ ਵੇਲੇ ਆਵੇ ਹਨਾ, ਉਹਦਾ ਕੀ ਅਰਥ ਹੋਗਾ, ਖਿਆਲ ਹੋਏਗਾ। ਕਹਿੰਦੇ ਜੋ ਗੁਰੂ ਸਾਨੂੰ ਗੁਰ ਦੇ ਰਹੇ ਨੇ, ਹੁਣ ਚਰਨੀ ਉਹਦੇ ਚਰਨੀ ਲੱਗਣਾ, ਚਰਨੀ ਦਾ ਅਰਥ ਹੈ ਉਹਨਾਂ ਸ਼ਬਦਾਂ ਨਾਲ ਲੱਗਣਾ, ਆਪਣੇ ਸ਼ਬਦਾਂ ਨੂੰ ਘੜਨਾ, ਤੇ ਘੜ ਕੇ ਵੀ ਇਹ ਗੱਲ ਸਮਝਣੀ ਕਿ ਸ਼ਬਦ ਤਾਂ ਘੜੇਗੇ ਕਿਉਂਕਿ ਤੈਂ ਆਪ ਘੜਾਏ, ਤਾਂ ਉਹਨਾਂ ਦੇ ਚਰਨੀ ਲੱਗਣ ਲੱਗਿਆ ਤਾਂ ਅੰਤਰ ਲਿਵ ਲੱਗੇਗੀ। ਧਿਆਨ ਰੱਖ। ਕਹਿੰਦੇ ਉਪਜੈ ਸਹਿਜ ਗਿਆਨ ਮਤ ਜਾਗੈ, ਕਹਿੰਦੇ ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਕਹਿੰਦੇ ਜਿਸ ਵੇਲੇ ਆਪਾਂ ਗੁਰੂ ਦੇ ਗੁਰ ਦੀ ਕਹਿੰਦੇ ਕਿਰਪਾ ਪ੍ਰਾਪਤ ਕਰਾਂਗੇ, ਉਹਦੇ ਚਰਨੀ ਲੱਗ ਕੇ, ਉਹਦੇ ਸ਼ਬਦਾਂ ਨਾਲ ਲੱਗ ਕੇ ਤਾਂ ਅੰਤਰ ਲਿਵ ਲੱਗਣੀ ਹੈ। ਘੱਟ ਬੈਠੇ ਰੱਬ ਦੀ ਸਾਡੇ ਮਨ ਨੂੰ ਕਹਿੰਦੇ ਅੰਤਰ ਤਾਂ ਮਨ ਨੇ ਜੁੜਨਾ ਤਾਂ ਟਿਕਣਾ, ਨਹੀਂ ਤਾਂ ਮਨ ਬਾਹਰ ਭੱਜੂਗਾ। ਧਿਆਨ ਬਾਹਰ ਭੱਜਦਾ ਹੈ। ਕਹਿੰਦੇ ਇਤ ਸੰਗਤ ਨਾਹੀ ਮਰਨਾ, ਇਤ ਸੰਗਤ ਨਾਹੀ ਮਰਨਾ। ਕਹਿੰਦੇ ਹੁਕਮ ਪਛਾਣ ਤਾਂ ਖਸਮ ਹੈ। ਕਹਿੰਦੇ ਜਿਹੜਾ ਇਸ ਹੁਕਮ ਨੂੰ ਪਛਾਣ ਲੇਗਾ ਨਾ ਇਹਨਾਂ ਸ਼ਬਦਾਂ ਦੁਆਰਾ, ਤਾਂ ਖਸਮ ਨੂੰ ਇਹ ਜੀਵ ਰੂਪੀ ਇਸਤਰੀ ਯਾਨੀ ਸਾਡਾ ਮਨ, ਜਿਹਨੂੰ ਜੀਵ ਰੂਪੀ ਇਸਤਰੀ ਕਹਿੰਦੇ ਨੇ, ਤਾਂ ਮਿਲੇਗਾ, ਤਾਂ ਮਿਲ ਪਾਏਗਾ। ਬਹੁਤ ਸੁੰਦਰ ਸ਼ਬਦ ਨੇ। ਆ ਪੈਰ ਚ ਰਾਰਾ ਲੱਗਿਆ ਹਨਾ, ਪੂਰਾ ਰਾਰਾ ਬੋਲਣਾ, ਤੇ ਇਹਨਾਂ ਦੇ ਇਸ ਅਰਥ ਨੂੰ ਹਮੇਸ਼ਾ ਚੇਤੇ ਰੱਖ ਕੇ ਸ਼ਬਦ ਦਾ ਉਚਾਰਨ ਕਰਨਾ। ਧਿਆਨ ਹੁਣ ਦੇਖੋ ਜਿਵੇਂ ਪੈਰ ਚ ਰਾਰਾ ਹੈ ਤੇ ਪੂਰਾ ਰਾਰਾ ਹੈ ਹਾਂਜੀ। ਕਹਿੰਦੇ ਜੀਵਨ ਵਿੱਚ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਯਾਨੀ ਜਿਸ ਵੇਲੇ ਰੱਬ ਆਪ ਕਿਰਪਾ ਕਰਦਾ ਹੈ, ਆਪਾਂ ਜਿਸ ਵੇਲੇ ਉਹਦੇ ਚਰਨਾਂ ਵਿੱਚ ਲੱਗਦੇ ਹਾਂ, ਸ਼ਬਦਾਂ ਚ ਲੱਗਦੇ ਹਾਂ। ਪੈਰ ਜਿੱਥੇ ਰਾਰਾ ਉਹਦਾ ਅਰਥ ਹੈ ਚਰਨਾਂ ਚ ਲੱਗਣਾ, ਉਹਦੇ ਚਰਨੀ ਵਿੱਚ ਹੈ, ਚਰਨਾਂ ਵਿੱਚ ਹੈ ਸ਼ਬਦ ਦੇ, ਸ਼ਬਦ ਦੇ ਜਿਹੜਾ ਅੱਖਰ ਹੈ ਨਾ ਉਹਦੇ ਚਰਨਾਂ ਵਿੱਚ ਰਾਰਾ ਪਾਇਆ ਹੈ, ਉਹਦਾ ਅਰਥ ਹੈ ਚਰਨ ਕਹਿੰਦੇ ਨੇ ਸ਼ਬਦ ਨੂੰ। ਕਹਿੰਦੇ ਜਦੋਂ ਆਪਾਂ ਉਹਨਾਂ ਦੇ ਸ਼ਬਦ ਨਾਲ ਚਰਨੀ ਲੱਗਦੇ ਹਾਂ ਹਨਾ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਨਾ, ਅਸੀਂ ਕਹਿੰਦੇ ਗੁਰੂ ਜੀ ਦੇ ਚਰਨੀ ਲੱਗੇ ਸੀ ਤੁਸੀਂ, ਉਹਦਾ ਅਰਥ ਸ਼ਬਦਾਂ ਨਾਲ ਜੁੜੇ ਸੀਗੇ। ਯਾਨੀ ਜਿਸ ਵੇਲੇ ਆਪਾਂ ਰੱਬ ਦੇ ਸ਼ਬਦ ਨਾਲ ਜੁੜਾਂਗੇ ਤਾਂ ਸਾਨੂੰ ਗਿਆਨ ਹੋਊਗਾ, ਤਾਂ ਸਾਨੂੰ ਰੱਬ ਨਾਲ ਮਿਲਾਂਗੇ, ਤਾਂ ਸਾਡੇ ਸ਼ਬਦ ਘੜੇ ਜਾਣੇ ਨੇ, ਤਾਂ ਸਾਡੇ ਮਨ ਨੇ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਜਾਣ ਕੇ ਫਿਰ ਸ਼ਬਦਾਂ ਰਾਹੀਂ, ਘੜੇ ਹੋਏ ਸ਼ਬਦਾਂ ਰਾਹੀਂ ਬੋਲਣਾ ਸਿੱਖਣਾ ਹੈ ਹਨਾ, ਤਾਂ ਜੀਵਨ ਦਾ ਉਧਾਰ ਹੋਣਾ। ਤੇ ਉਹਨੂੰ ਪੈਰਾਂ ਚ ਰਾਰਾ ਪਾਇਆ ਹੋਇਆ। ਜਿਸ ਵੇਲੇ ਪੂਰਨ ਕਿਰਪਾ ਹੋ ਜੇ ਉੱਥੇ ਪੂਰਾ ਰਾਰਾ ਲੱਗੇ। ਕਹਿੰਦੇ ਕਰ ਕਿਰਪਾ ਕਿਲਵਿਖ ਕੱਟੇ। ਕਹਿੰਦੇ ਕਿਲਵਿਖ ਤਾਂ ਕੱਟਦੇ ਨੇ ਜਿਸ ਵੇਲੇ ਪੂਰਨ ਕਿਰਪਾ ਹੋ ਜੇ। ਧਿਆਨ ਪੂਰਨ ਕਿਰਪਾ ਆਏ ਪੈਰ ਚ ਰਾਰਾ ਤੇ ਪੂਰਾ ਰਾਰਾ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਣਗੇ। ਤਾਂ ਹੁਣ ਇੱਥੇ ਪੂਰਾ ਰਾਰਾ ਸ਼ਬਦ ਹੈ। ਕਹਿੰਦੇ ਗੁਰ ਪ੍ਰਸਾਦ ਰੰਗੇ ਰਾਤਾ। ਕਹਿੰਦੇ ਜਿਸ ਵੇਲੇ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ ਉਹਨਾਂ ਦੀ ਕਿਰਪਾ ਸਾਡੇ ਅੰਦਰ ਸ਼ਬਦਾਂ ਦੇ ਵਿੱਚ ਜਿਵੇਂ ਸਮਝਾਇਆ ਸੀ ਉਸ ਤਰ੍ਹਾਂ ਸਾਡਾ ਮਨ ਸਮਝ ਜਾਏ ਤੇ ਸਮਝ ਕੇ ਕਹੇ ਮਾਲਕ ਇਹ ਤੇਰੀ ਕਿਰਪਾ ਹੋਈ, ਤੈਂ ਸਮਝਾਇਆ ਸੀ ਤਾਂ ਮੈਨੂੰ ਸਮਝ ਆਈ, ਤਾਂ ਸਮਝੋ ਉਸ ਦੇ ਰੰਗ ਵਿੱਚ ਰਤਿਆ ਜਾਣਾ ਹੈ। ਉਹ ਤਾਂ ਜਾਣਾ ਹੈ ਰਤਿਆ ਜੇ ਰੱਬ ਰਾਤੂਗਾ, ਜੇ ਰੱਬ ਮਿਲਾਊਗਾ, ਉਹ ਆਪ ਰਤਦਾ ਹੋਏਗਾ ਹਨਾ। ਕਹਿੰਦੇ ਤਾਂ ਉੱਥੇ ਕੰਨਾਂ ਲਾ ਕੇ ਸ਼ਬਦ ਬੋਲਿਆ ਰੰਗੇ ਰਾਤਾ। ਬਹੁਤ ਕੀਮਤੀ ਸ਼ਬਦ ਨੇ, ਧਿਆਨ ਰੱਖਣਾ। ਹਰ ਗੁਰਸਿੱਖ ਨੇ ਇਸ ਬਾਣੀ ਨੂੰ ਗਹਿਰ ਗੰਭੀਰ ਹੈ, ਜਿਤਨਾ ਪੜ੍ਹਦੇ ਰਹਾਂਗੇ ਸਾਡੀ ਸੁਰਤ ਅੰਦਰ ਜਾਂਦੀ ਜਾਏਗੀ, ਅੰਦਰ ਸੁਰਤ ਸਮਝਦੀ ਜਾਏਗੀ। ਕਹਿੰਦੇ ਅੰਮ੍ਰਿਤ ਪੀਆ ਸਾਚੇ ਮਾਤਾ। ਕਹਿੰਦੇ ਭਾਈ ਫਿਰ ਇਹ ਅੰਮ੍ਰਿਤ ਪੀਣ ਲੱਗ ਜਾਂਦਾ ਹੈ। ਧਿਆਨ ਮੌਤ ਤੋਂ ਪਰੇ ਜਾਣ ਦੀ ਅਵਸਥਾ ਹੁੰਦੀ ਹੈ। ਫਿਰ ਇਹ ਸਰੀਰ ਛੱਡਦਾ ਵੀ ਹੈ ਪਰ ਰੱਬ ਦੇ ਵਿੱਚ ਮਿਲ ਜਾਂਦਾ ਹੈ। ਧਿਆਨ ਰੱਖਣਾ। ਫਿਰ ਇਹ ਨਹੀਂ ਕਹਿੰਦੇ ਇਹ ਮਰ ਗਿਆ, ਫਿਰ ਕਹਿੰਦੇ ਜੀ ਇਹ ਸਦ ਜੀਵਨ ਨੂੰ ਹਾਸਲ ਕਰ ਗਿਆ ਹਨਾ। ਸੋ ਐਸਾ ਰਸ ਪਾਉਣਾ ਪੀਣਾ ਉਹਨੂੰ ਅੰਮ੍ਰਿਤ ਪੀਣਾ ਕਹਿੰਦੇ ਨੇ। ਐਸੇ ਸੋਝੀ ਨੂੰ ਜੀਵਨ ਦੇ ਵਿੱਚ ਕਹਿੰਦੇ ਟਿਕਾਉਣਾ ਪ੍ਰਾਪਤ ਕਰਨਾ, ਕਹਿੰਦੇ ਸਮਝਣਾ ਇਹਨੇ ਇਹ ਅੰਮ੍ਰਿਤ ਪੀਣ ਲੱਗ ਗਿਆ।
ਸੋ ਮਹਾਰਾਜ ਕਹਿੰਦੇ ਸਾਚੇ ਮਾਤਾ, ਫਿਰ ਘਟ ਬੈਠੇ ਰੱਬ ਦੇ ਨਾਲ ਮਤਨ ਲੱਗ ਜਾਂਦਾ ਹੈ। ਯਾਨੀ ਜੋ ਮਤਾ ਰੱਬ ਦਾ ਹੁੰਦਾ ਫਿਰ ਉਹੀ ਮਤਾ ਇਹਦਾ ਹੁੰਦਾ। ਇਹਦੇ ਮਤੇ ਤੇ ਰੱਬ ਦੇ ਮਤੇ 'ਚ ਫਰਕ ਨਹੀਂ ਹੁੰਦਾ, ਕਿਉਂਕਿ ਇਹ ਉਹਦੇ ਨਾਲ ਮਤਿਆ ਹੋਇਆ, ਉਹਨੇ ਆਪ ਮਤਾਇਆ ਹੋਇਆ ਹੈ ਨਾ। ਆਪਣੇ ਯਾਨੀ ਖਿਆਲ ਉਹ ਰੱਬ ਆਪ ਦਿੰਦਾ ਹੁੰਦਾ ਤੇ ਖਿਆਲਾਂ ਰਾਹੀਂ ਆਪ ਕਰਾਉਂਦਾ ਹੁੰਦਾ, ਤੇ ਇਹ ਉਹ ਘਟ ਬੈਠੇ ਰੱਬ ਦੇ ਖਿਆਲ ਪ੍ਰਾਪਤ ਕਰਦਾ ਹੁੰਦਾ ਤੇ ਖਿਆਲਾਂ ਅਨੁਸਾਰ ਚੱਲਦਾ ਹੁੰਦਾ। ਆਪਾਂ ਅੰਦਰ ਜਾਂਦੇ ਹੁੰਦੇ ਆ, ਰੱਬ ਆਪਣੇ ਤੋਂ ਬਾਹਰ ਆਉਂਦੇ ਹੁੰਦੇ ਨੇ। ਇਹ ਧਿਆਨ ਰੱਖਣਾ, ਆਪਣਾ ਮਿਟਣਾ ਹੁੰਦਾ ਹੈ ਤੇ ਰੱਬ ਦਾ ਕਰਨਾ ਹੁੰਦਾ ਹੈ ਜੀਵਨ ਵਿੱਚ। ਆਏ ਜੀਵਨ ਦੀ ਜੋ ਆਪਾਂ ਹੁਣ ਰੋਜ਼ ਦੀ ਨਿਤ ਕਿਰਿਆ ਕਰਦੇ ਆ, ਇਸ ਕਿਰਿਆ ਨੂੰ ਕਰਦਿਆਂ ਹੋਇਆਂ ਸਿੱਖ ਨੇ ਇਸ ਕਿਰਿਆ ਨੂੰ ਸਮਝਣਾ ਹੈ। ਧਿਆਨ ਰੱਖਣਾ, ਹਰ ਬੰਦੇ ਨੇ ਇਸ ਗੱਲ ਨੂੰ ਹਿਰਦੇ ਵਿੱਚ ਵਸਾਉਣਾ ਹੈ। ਧਿਆਨ ਰੱਖਣਾ। ਸੋ ਇਸ ਗੱਲ ਨੂੰ ਮਹਾਰਾਜ ਸਮਝਾਉਣਾ ਕਰ ਰਹੇ ਨੇ ਕਿ ਜੀਵਨ ਵਿੱਚ ਕਿ ਇਹ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੀ ਮਾਤਾ। ਕਹਿੰਦੇ ਭਾਈ ਤਾਂ ਉਹ ਮਤਿਆ ਰਹਿੰਦਾ ਰੱਬ ਦੇ ਵਿੱਚ, ਤਾਂ ਇਹ ਮਸਤ ਹੋ ਕੇ ਚੱਲਦਾ ਰਹਿੰਦਾ ਜਿਵੇਂ ਰੱਬ ਚਲਾਉਂਦਾ ਹੈ। ਕਹਿੰਦੇ ਜੀਵਨ ਵਿੱਚ ਜਦੋਂ ਰੱਬ ਆਪ ਕਿਰਪਾ ਕਰਦਾ ਹੈ। ਸੋ ਰੱਬ ਕਿਵੇਂ ਕਿਰਪਾ ਕਰਦਾ ਹੈ? ਕਹਿੰਦੇ ਗੁਰੂ ਤੋਂ ਗੁਰ ਦਿੰਦੇ ਨੇ। ਆਹ ਦੋ ਹਮੇਸ਼ਾ ਸ਼ਬਦ ਪੂਰੇ ਟਿਕਾ ਕੇ ਬੋਲਣਾ ਕਿ ਜਿੱਥੇ ਗੁਰ ਸ਼ਬਦ ਆਵੇ ਉਹਦਾ ਅਰਥ ਹੈ ਕਿ ਗੁਰੂ ਨੇ ਜੋ ਗੁਰ ਦਿੱਤਾ ਹੈ। ਗੁਰੂ ਕੌਣ ਹੈ? ਘਟ ਬੈਠੇ ਰੱਬ ਦੀ ਬਾਣੀ, ਜੋ ਰੱਬ ਸ਼ਬਦ ਦੇ ਵਿੱਚੋਂ ਬੋਲਦੇ ਨੇ। ਸੋ ਐਸੀ ਬਾਣੀ ਰਾਹੀਂ ਕਹਿੰਦੇ ਗੁਰ ਲੈਣਾ, ਤਾਂ ਕਿ ਜੁਗਤ ਸਿੱਖਣੀ ਕਿ ਆਪਾਂ ਘਟ ਬੈਠੇ ਰੱਬ ਨਾਲ ਕਿਵੇਂ ਜੁੜਨਾ ਹੈ ਹਨਾ। ਇਹ ਬਹੁਤ ਵੱਡੀ ਜੁਗਤ ਹੈ, ਬਹੁਤ ਵੱਡੀ ਜੁਗਤ। ਤਾਂ ਜੀਵਨ ਵਿੱਚ ਰੱਬ ਨਾਲ, ਰੱਬ ਦੇ ਰੰਗ ਨਾਲ ਰਤਿਆ ਰਹਿੰਦਾ ਹੈ ਜੀਵਨ, ਭਗਤ ਚ ਰਤਿਆ ਰਹਿੰਦਾ ਹੈ, ਘਟ ਬੈਠੇ ਰੱਬ ਦੀ ਭਗਤੀ ਕਰ ਸਕਦਾ ਹੈ। ਫਿਰ ਇਹ ਜੀਵਨ ਚ ਮੌਤ ਤੋਂ ਪਰੇ ਜਾਂਦਾ ਹੈ, ਫਿਰ ਅੰਮ੍ਰਿਤ ਪੀਂਦਾ ਹੈ। ਧਿਆਨ ਰੱਖਣਾ, ਕਹਿੰਦੇ ਫਿਰ ਇਹ ਸਾਚੇ ਨਾਲ ਮਤਿਆ ਰਹਿੰਦਾ। ਕਹਿੰਦੇ ਰੱਬ ਦਾ ਜੋ ਮਤਾ ਹੁੰਦਾ ਇਹਦਾ ਮਤਾ ਹੁੰਦਾ, ਇਹ ਮਸਤ ਹੁੰਦਾ, ਉਹਦੇ ਨਾਲ ਇੱਕ ਮਿਕ ਹੋ ਜਾਂਦਾ, ਉਹਨੂੰ ਕਹਿੰਦੇ ਮਤ ਜਾਣਾ ਹਨਾ, ਇੱਕ ਮਿਕ ਹੋ ਜਾਣਾ, ਖਿਆਲ ਨਾਲ ਖਿਆਲ ਮਿਲ ਜਾਣਾ। ਸੋ ਮਹਾਰਾਜ ਕਹਿੰਦੇ ਐਸੀ ਅਵਸਥਾ, ਕਹਿੰਦੇ ਗੁਰ ਵਿਚਾਰੀ ਅਗਨ ਨਿਵਾਰੀ, ਜਿਨ੍ਹਾਂ ਨੇ ਗੁਰ ਦੀ ਵਿਚਾਰ ਕੀਤੀ ਆਪਣੇ ਅੰਦਰ, ਜੋ ਗੁਰੂ ਸਾਨੂੰ ਗੁਰ ਦਿੰਦੇ ਨੇ, ਬਾਣੀ ਰਾਹੀਂ ਜੋ ਸੋਚੀ ਦਿੰਦੇ ਨੇ, ਬਾਣੀ ਰਾਹੀਂ ਜੋ ਸਮਝ ਮਿਲ ਰਹੀ ਹੈ, ਉਹ ਰੱਬ ਆਪ ਦੇ ਰਹੇ ਨੇ, ਐਸਾ ਜਾਣਨਾ। ਜਦੋਂ ਰੱਬ ਦੀ ਬਾਣੀ ਪੜ੍ਹਦਾ ਸਿੱਖ, ਕਿਵੇਂ ਪੜ੍ਹਦਾ ਕਿ ਰੱਬ ਆਪ ਪੜ੍ਹਾ ਰਿਹਾ, ਤੇ ਜਦੋਂ ਪੜ੍ਹਦੇ ਹੁੰਦੇ ਆਪਾਂ ਕਹਿੰਦੇ ਆ ਇਹ ਰੱਬ ਆਪ ਜੋੜ ਰਿਹਾ ਤਾਂ ਆਪਾਂ ਜੁੜ ਪਾ ਰਹੇ ਹਾਂ। ਜੇ ਰੱਬ ਨਾ ਜੋੜੇ ਤਾਂ ਆਪਣੀ ਸੁਰਤ ਨਾ ਜੁੜੇ। ਧਿਆਨ ਰੱਖਣਾ, ਆਹ ਜਿਹੜੀ ਬੋਲਣ ਦੀ ਚਾਲ ਹੈ ਨਾ, ਇਹ ਸ਼ਬਦਾਂ ਦੀ ਘਾੜਤ, ਕਹਿੰਦੇ ਗੁਰਬਾਣੀ ਦੀ ਵਿਚਾਰ ਤੋਂ ਹੀ ਘੜੀ ਜਾਣੀ ਹੈ। ਇਹ ਜੀਵਨ ਨੇ ਰੱਬ ਵਰਗਾ ਹੋਣਾ ਹੈ। ਧਿਆਨ ਰੱਖਣਾ, ਕਹਿੰਦੇ ਤਾਂ ਜੀਵਨ ਦੀ ਅਗਨ, ਕਹਿੰਦੇ ਤਿੰਨੋਂ ਅਵਗੁਣਾਂ ਦੀ ਹਨਾ, ਕਹਿੰਦੇ ਤ੍ਰੈ ਗੁਣ ਦੀ ਆ, ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਹਨਾ, ਕਹਿੰਦੇ ਇਹ ਤਾਂ ਖਤਮ ਹੋਣੀ ਹੈ, ਤਾਂ ਨਹੀਂ ਤਾਂ ਖਤਮ ਨਹੀਂ ਹੋਣੀ, ਨਿਵਰੇਗੀ ਨਹੀਂ, ਮਿਟੇਗੀ ਨਹੀਂ। ਕਹਿੰਦੇ ਫਿਰ ਆਪਿਓ ਪਿਓ ਆਤਮ ਸੁਖ ਧਾਰੀ, ਆਪ ਆਪੇ ਖਾਦਾ ਇੱਕ ਸ਼ਬਦ ਆਉਂਦਾ, ਦੇਖੋ ਧਿਆਨ ਰੱਖਣਾ। ਕਹਿੰਦੇ ਭਾਈ ਰੱਬ ਆਪ ਸਾਡੀ ਹਉਮੈ ਨੂੰ ਪਹਿਲਾਂ ਪੈਦਾ ਕਰਦਾ ਤੇ ਅਸੀਂ ਹਉਮੈ ਵਿੱਚ ਮੱਥ ਕੇ ਚੱਲਦੇ ਹੁੰਦੇ ਆ, ਰੱਬ ਨੂੰ ਭੁਲਾ ਕੇ ਘਟ ਬੈਠੇ ਰੱਬ ਦੀ ਫਿਰ ਖਿਆਲ ਨਹੀਂ ਆਉਂਦੀ ਅਵਸਥਾ ਨੂੰ ਸਾਡੇ ਮਨ ਦੀ, ਤੇ ਸਾਡਾ ਮਨ ਫਿਰ ਦੁੱਖਾਂ ਵਿੱਚ ਨਹੀਂ ਲੱਗਦਾ ਹੈ, ਫਿਰ ਰੋਂਦਾ ਹੈ, ਵਿਰਲਾਪ ਕਰਦਾ ਹੈ, ਸਰੀਰ ਰੋਗੀ ਹੋ ਜਾਂਦਾ ਹੈ। ਕਹਿੰਦੇ ਫਿਰ ਉਹ ਜਦੋਂ ਇਸ ਤਰ੍ਹਾਂ ਰੋਗੀ ਹੁੰਦਾ ਰਹਿੰਦਾ, ਫਿਰ ਰੋਂਦਾ ਹੈ ਕਿ ਮਹਾਰਾਜ ਤੁਸੀਂ ਮੈਨੂੰ ਬਖਸ਼ ਲਓ, ਤੁਸੀਂ ਮੈਨੂੰ ਮੇਰੇ ਤੇ ਕਿਰਪਾ ਕਰੋ, ਹੁਣ ਤੁਸੀਂ ਮੇਰੀ ਰਾਖੇ ਹੋ ਤਾਂ ਮੈਨੂੰ ਕੋਈ ਬਚਾ ਹੀ ਨਹੀਂ ਸਕਦਾ। ਪਹਿਲਾਂ ਪੂਰਾ ਭੱਜ ਲੈਂਦਾ ਬਾਹਰ। ਧਿਆਨ ਰੱਖਣਾ, ਕਹਿੰਦੇ ਜਿੱਥੇ ਕਹਿੰਦੇ ਸਭ ਜਗ ਫਿਰ ਮੈਂ ਦੇਖਿਆ ਨਾ, ਕਹਿੰਦੇ ਭਾਈ ਜਦੋਂ ਬੰਦਾ ਸਾਰਾ ਬਾਹਰ ਘੁੰਮ ਫਿਰ ਕੇ, ਕਹਿੰਦੇ ਭਾਈ ਰੱਬ ਨੂੰ ਭੁਲਾ ਕੇ ਸਾਰੇ ਦੁੱਖ ਭੋਗ ਕੇ ਜੀਵਨ ਵਿੱਚ ਵਿਚਰਦਾ ਹੁੰਦਾ ਹੈ, ਫਿਰ ਜਦੋਂ ਸਹਾਏ ਹੋ ਜਾਂਦਾ, ਫਿਰ ਕੁਛ ਨਹੀਂ ਕਰ ਸਕਦਾ, ਫਿਰ ਕਹਿੰਦਾ ਮਹਾਰਾਜ ਹੁਣ ਤੂੰ ਹੀ ਰੱਖਣ ਵਾਲਾ, ਸਾਰੇ ਜੱਗ ਨੂੰ ਮੈਂ ਦੇਖ ਲਿਆ। ਧਿਆਨ ਰੱਖ, ਸਭ ਜੱਗ ਨੇ ਮੈਨੂੰ ਜੀਵਨ ਦੇ ਵਿੱਚ ਮੈਨੂੰ ਭਟਕਾਇਆ, ਮੈਂ ਭਟਕਿਆ ਤੇ ਇੱਥੋਂ ਦੂਰ ਹੋ ਗਿਆ। ਧਿਆਨ ਰੱਖ, ਕਹਿੰਦੇ ਘਟ ਬੈਠੇ ਜਿਹੜਾ ਆਤਮ ਸਰੂਪ ਸੀ ਨਾ ਰੱਬ, ਜਿਹੜਾ ਆਤਮ ਦਾ ਅਰਥ ਸਮਝਣਾ ਹੈ, ਜਿਹੜਾ ਰੱਬ, ਪਹਿਲੀ ਗੱਲ ਤਾਂ ਰੱਬ ਦਾ ਕੋਈ ਨਾਮ ਨਹੀਂ ਹੈ ਹਨਾ, ਇਹ ਆਤਮ ਰੱਬ ਹੀ ਇੱਕ ਕਰਮ ਨਾਮ ਹੈ। ਰੱਬ ਦੇ ਜੇ ਅਸੀਂ ਤੂੰ ਵੀ ਗੱਲ ਕਰ ਰਹੇ ਹਾਂ ਤਾਂ ਵੀ ਰੱਬ ਨੂੰ ਯਾਦ ਕਰ ਰਹੇ ਹਾਂ। ਸੋ ਇਸ ਕਰਮ ਨਾਮ ਦਾ ਇੱਕ ਗੁਣ ਸਮਝਣਾ, ਆਤਮ ਦਾ ਅਰਥ ਹੈ ਕਿ 3 ਪ੍ਰਕਾਰ ਦੇ ਗੁਣ ਹੁੰਦੇ ਨੇ, ਸਤੋ ਰਜੋ ਤਮੋ। ਕਹਿੰਦੇ ਮਹਾਰਾਜ ਮੈਂ ਸਤੋ ਵੀ ਨਾ ਰਿਹਾ, ਮੈਂ ਤਮੋ ਵੀ ਨਾ ਰਿਹਾ, ਮੈਂ ਯਾਨੀ ਮੈਂ
ਜੀਵਨ ਵਿੱਚ ਰਜੋ ਵੀ ਨਾ ਰਿਹਾ, ਮੈਂ ਤਮੋ ਹੋ ਗਿਆ, ਤਾਮਸਿਕ ਹੋ ਗਿਆ, ਤਾਂ ਵੀ ਤੂੰ ਮੈਨੂੰ ਅਖੀਰ ਤੱਕ ਮੈਨੂੰ ਰੱਖਦਾ ਹੈ। ਤੂੰ ਮੈਥੋਂ ਦੂਰ ਨਹੀਂ ਹੁੰਦਾ, ਮੈਂ ਹੀ ਤੇਥੋਂ ਦੂਰ ਹੋ ਕੇ ਤਾਮਸਿਕ ਹੋ ਜਾਂਦਾ, ਹਨਾ। ਉਹ ਤਮਾਂ ਦੇ ਅਵਗੁਣ ਵਿੱਚ ਵੀ ਤੂੰ ਮੈਨੂੰ ਰੱਖਦਾ, ਆਤਮ, ਹਨਾ। ਤੂੰ ਹਾਲੇ ਵੀ ਮੇਰੇ ਵਿੱਚ, ਮੇਰੇ ਨਾਲ ਕਹਿੰਦੇ ਤੂੰ ਰਹਿਣਾ ਹੈ, ਹਾਲੇ ਵੀ ਤੂੰ ਮੈਨੂੰ ਬੁਲਾਉਣਾ ਹੈ, ਹਾਲੇ ਵੀ ਤੂੰ ਮੇਰੇ ਅੰਦਰ ਮੈਨੂੰ ਟਿਕਾ ਕੇ ਰੱਖਿਆ। ਮੈਂ ਮਾੜੇ ਤੋਂ ਮਾੜਾ ਵੀ ਹੋ ਜਾਣਾ ਜੀ, ਮੈਂ ਨਰਕ ਵਿੱਚ ਵੀ ਭੋਗਾਂ, ਤਾਂ ਵੀ ਮੇਰੇ ਮਾਲਕ ਤੂੰ ਆਤਮ ਸਰੂਪ ਹੋ ਕੇ ਉਸ ਨਰਕ ਨੂੰ ਮੈਨੂੰ ਭੁਗਤਾਉਣਾ ਹੈ। ਧਿਆਨ ਰੱਖਣਾ, ਤੈਨੂੰ ਤਾਂ ਸੇਕ ਲੱਗਣਾ ਨਹੀਂ, ਸੇਕ ਤਾਂ ਮੈਨੂੰ ਲਗਵਾਉਣਾ ਤੈਂ, ਹਨਾ। ਕਿਉਂਕਿ ਮੈਂ ਮਾੜੇ ਕੰਮ ਕੀਤੇ ਨੇ, ਮਾੜੇ ਕੰਮਾਂ ਵਿੱਚੋਂ ਮੈਂ ਨਿਕਲਦਾ। ਤੋ ਜੀਵਨ ਦੇ ਵਿੱਚ ਜਿੰਨੇ ਨਰਕ ਨੇ, ਜਿੰਨੇ ਤਕਲੀਫਾਂ ਨੇ, ਮੈਂ ਭੁਗਤਣੀਆਂ, ਰੱਬ ਨੇ ਨਹੀਂ ਭੁਗਤਣੀਆਂ। ਧਿਆਨ ਰੱਖਣਾ, ਰੱਬ ਨੇ ਤਾਂ ਭੁਗਤਾਉਣੀਆਂ ਨੇ। ਐਸੇ ਭੁਗਤਾਉਣ ਵਾਲੇ ਰੱਬ ਨੂੰ ਅਸੀਂ ਆਤਮ ਕਹਿੰਦੇ ਹਾਂ। ਧਿਆਨ, ਉਹ ਆਤਮ ਕਹਿੰਦੇ, ਉਸ ਆਤਮ ਨੂੰ ਜੀਵਨ ਵਿੱਚ ਯਾਦ ਰੱਖੋ, ਜਿਹੜਾ ਮਾੜੇ ਤੋਂ ਮਾੜੇ ਖਿਆਲਾਂ ਦੇ ਵਿੱਚ ਵੀ ਆਪਾਂ ਰਹਿੰਦੇ ਹਾਂ ਤਾਂ ਵੀ ਉਹ ਆਪਾਂ ਨੂੰ ਰੱਖਦਾ ਹੈ। ਉਸ ਰੱਬ ਨੂੰ ਯਾਦ ਰੱਖੋ, ਐਸਾ ਰੱਬ ਜਿਹੜਾ ਆਪਣੇ ਅੰਦਰ ਆਤਮ ਸਰੂਪ ਹੈ, ਉਹਦੀ ਬੰਦਗੀ ਕਰੋ। ਐਸਾ ਹੀ ਉਹ ਸਭ ਦੇ ਵਿੱਚ ਪਰਮਾਤਮ ਹੈ, ਪਰਮ ਸਰੂਪ ਹੋ ਕੇ ਸਭ ਦੇ ਵਿੱਚ ਉਹ ਆਤਮ ਸਰੂਪ ਹੋ ਕੇ ਵਰਤ ਰਿਹਾ ਹੈ, ਸਭ ਨੂੰ ਰੱਖਦਾ, ਮਾੜੇ ਤੋਂ ਮਾੜੇ ਬੰਦੇ ਨੂੰ ਵੀ ਰੱਖਦਾ। ਧਿਆਨ ਰੱਖਣਾ, ਜਦੋਂ ਤੱਕ ਬੰਦਾ ਰੱਬ ਨੂੰ ਐਸਾ ਮੈਨੂੰ ਰੱਖਦਾ ਕਰਕੇ ਨਾ ਜਾਣੇ, ਫਿਰ ਉਹ ਰੱਬ ਦੀ ਉਹ ਬੰਦਗੀ ਨਹੀਂ ਕਰ ਸਕਦਾ। ਧਿਆਨ ਰੱਖਣਾ, ਕਹਿੰਦੇ ਜੀਵਨ ਵਿੱਚ ਮਾੜੇ ਤੋਂ ਮਾੜਾ ਮੈਂ ਹੁਣਾ, ਤਾਂ ਵੀ ਮੇਰੇ ਨਾਲ ਪਿਆਰ ਕਰਦਾ ਹੈ, ਤਾਂ ਵੀ ਮੈਨੂੰ ਉਹ ਆਪਣੇ ਵਿੱਚ ਸੰਭਾਲਦਾ ਹੈ, ਮੈਨੂੰ ਆਪਣੇ ਵਿੱਚ ਰੱਖਦਾ ਹੈ। ਧਿਆਨ ਰੱਖਣਾ, ਤਾਂ ਕਿ ਮੈਂ ਉਹਦੇ ਵਿੱਚ ਸਮਾ ਜਾ। ਸੋ ਮੈਂ ਆਤਮ ਸਰੂਪ ਦੀ ਬੰਦਗੀ ਕਰਦਿਆਂ ਆਪਣੇ ਆਪ ਨੂੰ, ਕਹਿੰਦੇ ਉਹਦੇ ਵਿੱਚ ਜਿਸ ਵੇਲੇ ਪੂਰਾ ਮਿਲਦਾ, ਫਿਰ ਉਹ ਪਰਮਾਤਮ ਸਰੂਪ ਹੋ ਕੇ ਸੰਸਾਰ ਨੂੰ ਸੰਭਾਲਦਾ ਹੈ, ਸਾਰੀ ਸ੍ਰਿਸ਼ਟੀ ਨੂੰ ਸੰਭਾਲਦਾ ਤੇ ਮੈਨੂੰ ਵੀ ਸੰਭਾਲਦਾ। ਸੋ ਐਸੀ ਅਵਸਥਾ ਦੇ ਵਿੱਚ ਕਹਿੰਦੇ ਫਿਰ ਉਹ ਆਪ ਹੀ ਮੇਰੇ ਅਵਗੁਣਾਂ ਨੂੰ ਪੀ ਜਾਂਦਾ ਹੈ, ਮੇਰੇ ਅਵਗੁਣਾਂ ਨੂੰ ਮਾਫ ਕਰ ਦਿੰਦਾ ਹੈ, ਮੇਰੇ ਅਵਗੁਣਾਂ ਨੂੰ ਖਤਮ ਕਰ ਦਿੰਦਾ ਹੈ, ਹਨਾ। ਕਹਿੰਦੇ ਆਪ ਅਪਿਓ ਪਿਓ, ਆਪ ਹੀ ਉਹ ਫਿਰ ਸਭ ਮੇਰੇ ਅਵਗੁਣ ਖਤਮ ਕਰਦਾ ਹੈ। ਕਹਿੰਦੇ ਆਤਮ ਸਰੂਪ ਮੈਨੂੰ ਫਿਰ ਸੁਖ ਧਾਰਨ ਕਰਦਾ, ਸੁਖ ਦਿੰਦਾ ਹੈ, ਸੁਖ ਬਖਸ਼ਿਸ਼ ਕਰਦਾ ਹੈ। ਕਹਿੰਦੇ ਅਪਿਓ ਪਿਓ ਆਤਮ ਸੁਖ ਧਾਰੀ। ਕਹਿੰਦੇ ਐਸੀ ਅਵਸਥਾ, ਕਹਿੰਦੇ ਭਾਈ ਮਨ ਦੀ ਅਗਨ ਖਤਮ ਕਰਦਾ ਹੈ, ਗੁਰੂ ਦੇ ਦੱਸੇ ਹੋਏ ਗੁਰ ਦੀ ਵਿਚਾਰ ਕਰੇ। ਧਿਆਨ ਰੱਖਣਾ, ਫਿਰ ਰੱਬ ਆਪ ਜਿਸ ਵੇਲੇ ਆਪਾਂ ਉਸ ਰਾਸਤੇ ਤੇ ਚੱਲਦੇ ਹਾਂ, ਰੱਬ ਦੇ ਗੁਰੂ ਦੇ ਦੱਸੇ ਹੋਏ ਗੁਰ ਅਨੁਸਾਰ, ਕਹਿੰਦੇ ਫਿਰ ਆਪ ਆਪਣੇ ਆਪ ਨੂੰ ਕਹਿੰਦੇ ਭਾਈ ਮਿਟਾ ਦਿੰਦਾ ਹੈ, ਹਨਾ। ਹੰਕਾਰ ਖਤਮ ਕਰ ਦਿੰਦਾ ਹੈ, ਮੈਂ ਮਿਟ ਦਿੰਦਾ ਹੈ। ਫਿਰ ਕਹਿੰਦੇ ਭਾਈ ਐਸਾ ਮੇਰਾ ਆਤਮ ਸਰੂਪ ਹੈ ਜੋ ਮੈਨੂੰ ਸੁਖ ਬਖਸ਼ਿਸ਼ ਕਰਦਾ ਹੈ। ਮੈਂ ਫਿਰ ਸੁਖ ਨੂੰ ਤਾਂ ਧਾਰਦਾ ਕਿਉਂਕਿ ਰੱਬ ਆਪ ਦਿੰਦਾ ਹੈ, ਹਨਾ। ਸੋ ਐਸੀ ਅਵਸਥਾ ਦਾ ਇਹ ਜ਼ਿਕਰ ਕਰ ਰਹੇ ਨੇ ਸਿੱਧਾਂ ਨੂੰ। ਸੋ ਮਹਾਰਾਜ ਅੱਗੇ ਸਮਝਾ ਰਹੇ ਨੇ, ਕਹਿੰਦੇ ਸੱਚ ਅਰਾਧਿਆ ਗੁਰਮੁਖ ਤਰ ਤਾਰੀ, ਨਾਨਕ ਬੂਝੈ ਕੋ ਵਿਚਾਰੀ। ਕਹਿੰਦੇ ਐਸੇ ਸੱਚ ਨੂੰ ਜਿਸ ਵੇਲੇ ਆਪਾਂ ਅਰਾਧਦੇ ਹਾਂ, ਅਰਾਧੇ ਦਾ ਅਰਥ ਅੱਧੇ ਅੱਧੇ ਹਿੱਸੇ ਤੇ ਧਿਆਉਨੇ ਆ, ਇੱਥੋਂ ਬੰਦਗੀ ਸ਼ੁਰੂ ਹੁੰਦੀ ਹੈ। ਧਿਆਨ ਰੱਖਣਾ, ਹਾਲੇ ਜੀਵਨ ਚ ਤੁਸੀਂ ਖਿਆਲ ਕਰੋ ਕਿ ਆਪਣਾ ਸਰੀਰ, ਆਪਣੇ ਵਿੱਚ ਰੱਬ ਹੋਵੇ ਤੇ ਸਰੀਰ ਰਾਹੀਂ ਆਪਾਂ ਨੂੰ ਰੱਬ ਸੋਝੀ ਦਿੰਦੇ ਹੋਣ, ਸਵਾਸ ਦਿੰਦੇ ਹੋਣ। ਜੇ ਸਵਾਸ ਨਾ ਦੇਵੇ ਆਪਾਂ ਆਪਣੀ ਤਾਂ ਗੱਡੀ ਖੜ ਗਈ, ਆਪਾਂ ਉੱਥੇ ਰੁਕ ਜਾਣਾ। ਤਾਂ ਉਹ ਰੱਬ ਆਪ ਸਵਾਸ ਦਿੰਦਾ ਹੁੰਦਾ ਤਾਂ ਆਪਾਂ ਚੱਲਦੇ ਹੁੰਦੇ ਆ, ਹਨਾ। ਤੇ ਫਿਰ ਜਦੋਂ ਬੰਦਾ ਘੱਟ ਬੈਠੇ ਰੱਬ ਨੂੰ ਭੁਲਾ ਕੇ ਕੋਈ ਵੀ ਕੰਮ ਜਿਹੜਾ ਰੱਬ ਕਰਾਉਂਦਾ ਹੁੰਦਾ, ਕਰਦੇ ਹੁੰਦਾ, ਅੱਛੇ ਕੰਮ ਅਸੀਂ ਕਰਕੇ ਲੋਕਾਂ ਨੂੰ ਜਨਾਉਂਦੇ ਹੁੰਦੇ ਹਾਂ, ਮੈਂ ਕੀਤਾ ਜੀ ਇਹ ਕੰਮ, ਕਿ ਮੈਂ ਕਰਦਾ, ਹਨਾ। ਮੈਂ ਸੰਭਾਲਿਆ ਸੀ ਬੱਚਿਆਂ ਨੂੰ, ਮੈਂ ਸੰਭਾਲਿਆ ਇਹਨਾਂ ਸਾਰੇ ਪਰਿਵਾਰ ਨੂੰ, ਮੈਂ ਸੰਭਾਲਿਆ ਇਹਨਾਂ ਸਾਰੇ ਮਿੱਤਰਾਂ ਨੂੰ, ਮੈਂ ਸਮਾਜ ਨੂੰ ਸੰਭਾਲਦਾ। ਉਹ ਬੰਦਾ ਫਿਰ ਕਹਿੰਦੇ ਭਾਈ ਘੱਟ ਬੈਠੇ ਰੱਬ ਤੋਂ ਟੁੱਟ ਜਾਂਦਾ, ਹੰਕਾਰੀ ਹੋ ਜਾਂਦਾ। ਤੇ ਅਰਾਧਨਾ ਸਿੱਖੇ ਬੰਦਾ, ਜਦੋਂ ਕੋਈ ਕੰਮ ਹੋਵੇ ਤੇ ਕਹੋ ਜੀ ਮੈਂ ਕੀਤਾ ਤਾਂ ਕਿਉਂਕਿ ਤੈਂ ਕਰਾਇਆ, ਇੱਥੋਂ ਬੰਦਗੀ ਸ਼ੁਰੂ ਹੁੰਦੀ ਹੈ। ਧਿਆਨ ਰੱਖਣਾ, ਸੱਚ ਨੂੰ ਅਰਾਧਨਾ ਸਿੱਖੋ, ਯਾਨੀ ਕੋਈ ਵੀ ਕੰਮ ਕਰਕੇ, ਕੋਈ ਵੀ ਸਰੀਰ ਦੀ ਮੂਵਮੈਂਟ ਕਰਕੇ, ਕੋਈ ਅੱਛੀ ਕੰਮ ਕਰਕੇ ਮਨ ਕਹੇ ਮਾਲਕ ਕਿ ਮੈਂ ਤਾਂ ਕੀਤਾ ਕਿਉਂਕਿ ਤੈਂ ਕਰਾਇਆ, ਮੈਂ ਤਾਂ ਬੋਲਿਆ ਕਿਉਂਕਿ ਤੈਂ ਬੁਲਾਇਆ, ਇਹ ਮੈਂ ਤਾਂ ਖੇਡ ਪਾਇਆ ਕਿਉਂਕਿ ਤੈਂ ਖੜਾਇਆ, ਮੈਂ ਤਾਂ ਲਿਖ ਪਾਇਆ ਕਿਉਂਕਿ ਤੈਂ ਲਿਖਾਇਆ, ਮੈਂ ਤਾਂ ਗੱਡੀ ਚਲਾਈ ਕਿਉਂਕਿ ਤੈਂ ਚਲਵਾਈ, ਹਨਾ। ਹਰੇਕ ਕੰਮ ਦੇ ਵਿੱਚ ਅੱਧੇ ਹਿੱਸੇ ਤੇ ਉਹਨੂੰ ਧਿਆਉਣਾ, ਉਹਨੂੰ ਆਰਾਧਨਾ ਕਹਿੰਦੇ ਨੇ। ਧਿਆਨ ਰੱਖਣਾ, ਤਾਂ ਧਿਆਨ ਅਸਥ ਹੁੰਦਾ ਹੈ, ਤਾਂ ਧਿਆਨ ਟਿਕਦਾ ਹੈ, ਤਾਂ ਜਾ ਕੇ ਫਿਰ ਧਿਆਨ ਸਮਾਉਂਦਾ। ਜਿਸ ਵੇਲੇ ਧਿਆਨ ਸਮਾ ਜਾਂਦਾ ਉਹਨੂੰ ਸਮਾਧੀ ਕਹਿੰਦੇ ਨੇ। ਸਮਾਧੀ ਦਾ ਮਤਲਬ ਚੌਂਕੜੀ ਮਾਰ ਕੇ ਬੈਠਣਾ ਨਹੀਂ ਹੈ।
समाधि का अर्थ है कि मन समाधि विच घट बैठे रब दा ध्यान समा गया। हुण हर काम करदे है मन कहंदा मालिक तेरा कीता है, तेरा कीता है। वो समाधिस्थ है, वो हर क्रिया दे विच ओहदा मन ओहदे विच ध्यान विच समाया है। ध्यान रख महाराज कहंदे नानक बूझै को विचारे, कहंदे सच आराध्या गुरमुख तर तारी। कहंदे जिहड़ा गुरु दे गुर वल मुख रख के कहंदे तारी तरदा है, कहंदे जिहड़ा संसार विचों लंघदा है, संसार विचों स्विम करदा है, कहंदे इस संसार तो क्रॉस तां हुंदा है समुंदर तो भवसागर तो जदों कहंदे गुरु दे गुर वल मुख रख के तारी लाउंदा है, कहंदे चलदा है, मूवमेंट करता है। कहंदे नानक बूझै को विचारे, कहंदे ऐसे नानक कहंदे बुझदे ने, कहंदे इस विचार नूं कोई विचार करदा है, जो भी विचार करदा है, कहंदे भाई ਉਹਨੂੰ ਜੀਵਨ ਦੇ ਵਿੱਚ ਇਹ ਗੱਲ ਸਮਝ ਆਉਂਦੀ ਹੈ, ਨਹੀਂ ਤਾਂ ਸਮਝ ਨਹੀਂ ਆਉਂਦੀ। ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਣ ਇੱਕ ਸ਼ਬਦ ਇੱਕ ਵਾਰ ਪੂਰਾ ਪੜੋ। ਕਹਿੰਦੇ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪੀਓ ਆਤਮ ਸੁਖ ਧਾਰੀ ਸੱਚ ਆਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ। ਹੁਣ ਇਸ ਸ਼ਬਦ ਨੂੰ ਇੱਕ ਵਾਰ ਹੁਣ ਜੋ ਅੱਗੇ ਚੱਲ ਰਿਹਾ ਇਹਨੂੰ ਇੱਕ ਵਾਰ ਪੂਰਾ ਪੜ੍ਹ ਲਓ। ਕਹਿੰਦੇ ਇਹ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੈ ਇਹ ਪਵਨਾ ਕਹਾਂ ਬਸੈ ਸੋ ਸ਼ਬਦ ਔਧੂ ਤਾਂ ਕੋ ਚੂਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਘਰ ਵਾਸਾ ਇਹ ਮਨ ਪਾਏ। ਹੁਣ ਉੱਤਰ ਦੇ ਰਹੇ ਨੇ आपे आप खाए ता निर्मल होवै धावत वर्ज रहाए क्यों मूल पछानै आत्म जानै क्यों सस घर सूर समावै गुरमुख हौमै विचों खोवै तो नानक सहज समावै। दो प्रश्न ने दोहां दे इसे पौड़ी दे विच पूरे उत्तर ने, ध्यान रखना। जिवें मन नूं कहंदे सी ना हाथी वांगू ਇਹਦੇ दंद ਖਾਣ ਦੇ ਵੱਖਰੇ ਨੇ ਹਨਾ, ਕਹਿੰਦੇ ਇਹ ਕਿਵੇਂ ਸੰਸਾਰ ਦੀ ਤਕਲੀਫਾਂ ਵਿੱਚੋਂ ਲੰਘੇਗਾ, ਕਿਵੇਂ ਚੱਬੇਗਾ ਇਹਨਾਂ ਲੋਹੇ ਨੂੰ ਹਨਾ। ਸੋ ਉਹ ਸਾਰਾ ਇੱਥੇ ਪ੍ਰਸ਼ਨ ਅੱਛੇ ਤਰੀਕੇ ਨਾਲ ਹੋਰ ਕਰਕੇ ਹਨਾ ਮਹਾਰਾਜ ਤੋਂ ਸੋਝੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਇਹ ਮਨ ਮੈਂਗਲ ਕਹਾਂ ਬਸੀ ਅਲੇ, ਆ ਜਿਹੜਾ ਸਾਡਾ ਮਨ ਮੈਂਗਲ ਰੂਪ ਹੈ, ਹਾਥੀ ਰੂਪ ਹੋ ਕੇ ਜਿਹੜਾ ਵਿਚਰ ਰਿਹਾ, ਧਿਆਨ ਰੱਖਣਾ ਇਸ ਗੱਲ ਨੂੰ ਸਮਝਣਾ ਕਿ ਆ ਜਿਹੜਾ ਮਨ ਮੈਂਗਲ ਹੋ ਕੇ, ਮੈਂਗਲ ਕਹਿੰਦੇ ਨੇ ਹਾਥੀ, ਕਹਿੰਦੇ ਜੀਵਨ ਦੀ ਅਵਸਥਾ ਐਸੀ ਹਸਤਨ ਵਰਗੀ ਹੋਈ ਹੋਈ ਹੈ। ਕਹਿੰਦੇ ਜਿਤਨਾ ਕਾਮ ਦੀ ਅਵਸਥਾ ਹੈ ਕਹਿੰਦੇ ਮਨ ਦੇ ਵਿੱਚ ਹੈ। ਮਹਾਰਾਜ ਕਹਿੰਦੇ ਭਾਈ ਜੀਵਨ ਦੀ ਅਵਸਥਾ ਸਾਡੀ ਐਸੀ ਹੋਈ ਹੋਈ ਹੈ, ਕਹਿੰਦੇ ਇਹ ਮੈਂਗਲ ਰੂਪ ਹੋ ਗਿਆ। ਕਾਲ ਕੂਤ ਕੀ ਹਸਨੀ ਮਨ ਬੌਰਾ ਰਹੀ, ਧਿਆਨ ਰੱਖ। ਕਹਿੰਦੇ ਐਸੀ ਅਵਸਥਾ ਸਾਡੀ ਹੋਈ ਹੈ ਮਨ ਦੀ, ਕਹਿੰਦੇ ਖਾ ਖਾ ਕੇ ਇਹਨੇ ਢਿੱਡ ਭਰਿਆ ਹੋਇਆ, ਮਸਤ ਹੋ ਕੇ ਕਾਮੀ ਹੋ ਕੇ ਚੱਲ ਰਿਹਾ ਹਨਾ ਮਨ ਸਾਡਾ। ਕਹਿੰਦੇ ਇਹ ਮਨ ਜੇ ਤੁਸੀਂ ਸੁਧਾਰਨਾ ਹੈ ਤੇ ਇਹ ਮਨ ਕਿੱਥੇ ਵਸਦਾ ਹੈ? ਕਹਿੰਦੇ ਇਹ ਮਨ ਇਹੋ ਮਨ ਮੈਂਗਲ ਕਹਾਂ ਬਸੀ ਅਲੇ, ਕਿੱਥੇ ਵਸ ਰਿਹਾ ਮਹਾਰਾਜ? ਐਸਾ ਮੈਂਗਲ ਰੂਪੀ ਹਾਥੀ ਵਰਗਾ ਜਿਹੜਾ ਮਨ ਹੈ ਇਹ ਕਿੱਥੇ ਵਸਦਾ ਦੱਸੋ ਸਾਨੂੰ। ਕਹਿੰਦੇ ਕਹਾਂ ਬਸੈ ਇਹੋ ਪਵਨਾ, ਕਹਿੰਦੇ ਇਹ ਜਿਹੜਾ ਸਵਾਸ ਲੈ ਰਿਹਾ, ਮਨ ਤਾਂ ਸਵਾਸ ਨਹੀਂ ਲੈਂਦਾ, ਸਵਾਸ ਤਾਂ ਸਰੀਰ ਲੈਂਦਾ ਹੈ, ਪਰ ਮਨ ਜਰਾ ਵੀ ਇੱਧਰ ਉੱਧਰ ਹੋ ਜਾਏ ਤੇ ਸਵਾਸ ਵਿਗੜ ਜਾਂਦਾ ਹੈ ਹਨਾ। ਇਹ ਸਵਾਸ ਕਿੱਥੇ ਵਸਦਾ? ਪਹਿਲਾਂ ਤਾਂ ਮਨ ਕਿੱਥੇ ਵਸਦਾ, ਫਿਰ ਕਹਿੰਦੇ ਆ ਪਵਨ ਕਿੱਥੇ ਵਸਦੀ ਹੈ, ਪ੍ਰਾਣ ਜੋ ਆਪਾਂ ਲੈਂਦੇ ਹਾਂ, ਸਵਾਸ ਲੈਂਦੇ ਹਾਂ, ਕਿੱਥੇ ਵਸਦੇ ਨੇ? ਕਹਿੰਦੇ ਕਹਾਂ ਬਸੈ ਸੋ ਸ਼ਬਦ ਔਧੂ, ਆ ਜਿਹੜਾ ਸ਼ਬਦ ਜਿਹੜਾ ਤੁਸੀਂ ਕਹਿੰਦੇ ਹੋ ਸਵਾਸ ਸਵਾਸ ਸ਼ਬਦਾਂ ਰਾਹੀਂ ਆਪਣੇ ਮਨ ਦੁਆਰਾ, ਕਹਿੰਦੇ ਆਪਣੇ ਸ਼ਬਦ ਨੂੰ ਘੜਨਾ ਹੈ, ਘਟ ਬੈਠੇ ਰੱਬ ਦੇ ਸ਼ਬਦ ਵਿੱਚ ਰਹਿਣਾ ਹੈ, ਤਾਂ ਹੀ ਸ਼ਬਦ ਸਾਨੂੰ ਘਟ ਬੈਠੇ ਰੱਬ ਨਾਲ ਜੋੜੇਗਾ। ਉਹ ਮਹਾਰਾਜ ਕਿੱਥੇ ਵਸਦਾ ਸ਼ਬਦ? ਉਹ ਸ਼ਬਦ ਦਾ ਸਾਨੂੰ ਸਰੂਪ ਦੱਸੋ। ਕਹਿੰਦੇ ਤਾਂ ਕੋ ਚੂਕੈ ਮਨ ਕਾ ਭਵਨਾ, ਜਿਹਦੇ ਨਾਲ ਸਾਡਾ ਮਨ ਦਾ ਜਿਹੜਾ ਭਵਨ ਹੈ ਨਾ, ਭਟਕਣਾ ਹੈ, ਇਹ ਚੁੱਕ ਜਾਏ, ਖਤਮ ਹੋ ਜਾਏ, ਆਵਾਗਮਨ ਮਨ ਦਾ ਮਿਟ ਜਾਏ। ਤੁਸੀਂ ਕਦੇ ਖਿਆਲ ਕਰੋ ਸਰੀਰ ਦੇ ਵਿੱਚ ਆਪਣੇ ਮਨ ਹੈ, ਤਨ ਦੇ ਵਿੱਚ ਮਨ ਹੈ। ਸਰੀਰ ਰੋਗੀ ਤਾਂ ਹੁੰਦਾ ਹੈ ਜਦੋਂ ਮਨ ਮੈਲਾ ਹੋ ਜਾਂਦਾ ਹੈ, ਧਿਆਨ ਰੱਖਣਾ। ਜੇ ਮਨ ਰੋਗੀ ਹੈ ਤੇ ਫਿਰ ਸਰੀਰ ਵੀ ਰੋਗੀ ਹੋ ਜਾਂਦਾ। ਜੇ ਮਨ ਘਟ ਬੈਠੇ ਰੱਬ ਦੀ ਬਾਣੀ ਨੂੰ ਭੁੱਲ ਜਾਏ, ਆਪਣੀ ਬਾਣੀ ਬੋਲਣ ਲੱਗ ਜਾਏ, ਮੈਂ ਕਰਨ ਲੱਗ ਜਾਏ,
ਮਹਾਰਾਜ ਕਹਿੰਦੇ ਇਹ ਦੋਸ਼ੀ ਹੈ, ਇਹ ਰੋਗੀ ਹੈ, ਹਨਾ। ਇਹ ਉਹਨੂੰ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਇਹ ਸਾਰੀ ਜੁਗਤੀਆਂ ਨੇ ਕਿ ਮਨ ਜਦੋਂ ਜੀਵਨ ਦੇ ਵਿੱਚ ਐਸਾ ਰਸਤੇ ਵਿੱਚ ਦੀ ਚੁੱਕ ਜਾਂਦਾ ਹੈ, ਕਹਿੰਦੇ ਫਿਰ ਮਨ ਹੀ ਭਵਦਾ ਹੈ। ਭਵਨਾ ਦਾ ਅਰਥ ਹੈ ਕਹਿੰਦੇ ਭਾਈ ਭਟਕਦਾ ਹੈ। ਪਹਿਲੀ ਤਾਂ ਰਾਤ ਨੂੰ ਸੁੱਤਿਆਂ ਮਨ ਭਟਕਦਾ ਹੈ, ਹਨਾ। ਹੁਣ ਇਸ ਵੇਲੇ ਹੀ ਰੋਜ਼ ਦਾ ਮਰਨਾ, ਰੋਜ਼ ਦਾ ਸੌਣਾ, ਰੋਜ਼ ਦਾ ਮਰਨਾ ਹੈ, ਧਿਆਨ ਰੱਖਣਾ। ਕਹਿੰਦੇ ਰੋਜ਼ ਦਾ ਜਾਗਣਾ ਵੀ ਜਦੋਂ ਜਾਗਣਾ ਨਾ ਰਹੇ ਤੇ ਬੰਦਾ ਰੋਜ਼ ਦੇ ਜਾਗਣੇ ਦੇ ਵਿੱਚ ਆਪਣੇ ਆਪ ਨੂੰ ਜਨਾਵੇ ਤੇ ਰੱਬ ਨੂੰ ਨਾ ਜਾਣ ਪਾਏ ਤੇ ਰੱਬ ਨੂੰ ਨਾ ਜਨਾ ਪਾਏ, ਉਹ ਬੰਦੇ ਦਾ ਸਮਝੋ ਮਨ ਹਾਲੇ ਸੁੱਤਾ ਪਿਆ ਹੈ, ਜਾਗਦਾ ਨਹੀਂ ਹੈ, ਜਾਗਿਆ ਨਹੀਂ ਹੈ। ਅੱਖਾਂ ਖੁੱਲੀਆਂ ਨੇ, ਕੰਮ ਕਰ ਰਿਹਾ ਹੈ, ਪਰ ਉਹ ਬੰਦਾ ਦਾ ਮਨ ਹਾਲੇ ਜਾਗਿਆ ਨਹੀਂ। ਧਿਆਨ, ਯਾਨੀ ਉਹ ਰੱਬ ਦੇ ਕੀਤੇ ਨੂੰ ਹਾਲੇ ਆਪਣਾ ਕੀਤਾ ਹੀ ਕਹਿ ਰਿਹਾ ਹੈ। ਰੱਬ ਬੁਲਾਉਂਦਾ ਤੇ ਕਹਿੰਦਾ ਮੈਂ ਹੀ ਬੋਲਦਾ, ਹਨਾ, ਮੈਂ ਹੀ ਜਿਉਂਦਾ। ਰੱਬ ਜੀਵਨ ਦਿੰਦਾ ਤੇ ਕਹਿੰਦਾ ਮੈਂ ਹੀ ਜਿਉਂਦਾ, ਮੈਨੂੰ ਜਿਉਣਾ ਆਉਂਦਾ ਹੈ। ਐਸਾ ਸਮਝ ਲਓ ਬੰਦੇ ਦਾ ਮਨ ਜਿਉਂਦਿਆਂ ਜੀ, ਜਿਹੜਾ ਸਵੇਰੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੌਣ ਤੋਂ ਪਹਿਲਾਂ ਸਰੀਰ ਦੇ ਥੱਕੇ ਸੌਂਦਾ ਤਾਂ ਸਰੀਰ ਹੈ। ਕਹਿੰਦੇ ਜਿਹੜਾ ਬੰਦਾ ਜਾਗੇ ਨਾ ਉਹ ਸੁੱਤਾ ਪਿਆ ਹੈ। ਧਿਆਨ ਰੱਖਣਾ, ਜਿਹਦਾ ਮਨ ਨਾ ਜਾਗੇ ਉਹ ਸੁੱਤਾ ਪਿਆ। ਜੇ ਅੱਖ ਵੀ ਖੁੱਲੀ ਹੈ ਤਾਂ ਵੀ ਸੁੱਤਾ ਹੋਇਆ, ਕਿਉਂਕਿ ਅੱਖ ਖੁੱਲੀ ਤਾਂ ਖੁੱਲੀ ਕਹੀਏ ਜੇ ਬੰਦਾ ਦਾ ਮਨ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿ ਪਾ ਰਿਹਾ। ਹਾਲੇ ਤਾਂ ਅੱਖਾਂ ਖੁੱਲੀਆਂ ਹੋਈਆਂ, ਮਨ ਦੀ ਅੱਖ ਨਹੀਂ ਖੁੱਲੀ। ਜੇ ਮਨ ਦੀ ਅੱਖ ਬੰਦ ਹੈ ਤੇ ਇਹ ਅੱਖਾਂ ਖੁੱਲੀਆਂ ਵੀ ਬੰਦ ਹੀ ਨੇ, ਅੰਨਾ ਹੈ। ਧਿਆਨ ਰੱਖਣਾ। ਸੋ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਹਨ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾ। ਕਹਿੰਦੇ ਅੰਧੇ ਤਾਂ ਉਹ ਨੇ ਕਹਿੰਦੇ ਜਿਹੜੇ ਆਪਣੇ ਖਸਮ ਨਾਲ ਹੀ ਕੁੱਥਮਿਤ ਹੋ ਜਾਣ, ਰੱਬ ਦੇ ਕੀਤੇ ਨੂੰ ਆਪਣਾ ਹੀ ਕੀਤਾ ਕਹੀ ਜਾ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐਸਾ ਮਨ ਦਾ ਜਿਹੜਾ ਭਵਨਾ ਹੈ, ਭਟਕਣਾ ਹੈ। ਕਹਿੰਦੇ ਭਾਈ ਰੋਜ਼ ਆਪਾਂ ਸੁੱਤਿਆਂ ਸੁਪਨਾ ਦੇਖਦੇ ਹਾਂ, ਭਟਕਦਾ ਹੈ ਮਨ, ਹਨਾ। ਫਿਰ ਜਿਸ ਦਿਨ ਆਪਾਂ ਹਮੇਸ਼ਾ ਵਾਸਤੇ ਸੌ ਜਾਾਂਗੇ ਨਾ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ, ਕਹਿੰਦੇ ਉਸ ਵੇਲੇ ਆਪਣਾ ਮਨ ਭਟਕਦਾ ਹੀ ਰਹੇਗਾ, ਭਟਕਦਾ ਹੀ ਰਹਿਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਹ ਪ੍ਰਸ਼ਨ ਪੁੱਛਿਆ ਇਹਨਾਂ ਨੇ। ਸੋ ਹੁਣ ਮਹਾਰਾਜ ਇਹਨਾਂ ਦਾ ਉੱਤਰ ਦੇਣਗੇ। ਮਹਾਰਾਜ ਕਹਿਣਗੇ ਭਾਈ ਨਾਨਕ ਸੱਚੇ ਪਾਤਸ਼ਾਹ ਦਾ ਉੱਤਰ ਹੈ ਜੋਗੀਆਂ ਨੂੰ। ਕਹਿੰਦੇ ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹ ਮਨ ਪਾਏ। ਕਹਿੰਦੇ ਮਨ ਕਿੱਥੇ ਵਸਦਾ ਪੁੱਛਿਆ ਸੀ, ਕਹਿੰਦੇ ਇਹ ਮਨ ਆਪਣੇ ਨਿਜ ਘਰ ਵਿੱਚ ਟਿਕੇ। ਨਿਜ ਘਰ ਵਿੱਚ ਕਹਿੰਦੇ ਤਾਂ ਟਿਕਦਾ ਹੈ ਜੇ ਗੁਰ ਦੇਣ ਸਤ ਕਰਕੇ ਉਸਨੂੰ ਸਾਡਾ ਮਨ ਮੰਨ ਲਵੇ। ਨਹੀਂ ਤਾਂ ਕਹਿੰਦੇ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੁੱਕ, ਆਪਾਂ ਤੋਂ ਚੁੱਕ ਹੋ ਜਾਂਦੀ ਹੈ। ਕਹਿੰਦੇ ਭਾਈ ਰੱਬ ਤਾਂ ਸਮਝਾਉਂਦਾ ਹੁੰਦਾ, ਆਪਾਂ ਹੀ ਨਹੀਂ ਸਮਝਦੇ ਹੁੰਦੇ, ਨਹੀਂ ਸਮਝਦੇ, ਸਾਡਾ ਮਨ ਹੀ ਨਹੀਂ ਸਮਝਦਾ ਹੁੰਦਾ। ਤੇ ਜਦੋਂ ਮਨ ਸਮਝਣ ਲੱਗ ਜੇ ਤੇ ਮਨ ਇਹ ਨਹੀਂ ਸਮਝਦਾ ਕਿ ਇਹ ਮੈਂ ਸਮਝਣ ਤਾਂ ਲੱਗਿਆ ਕਿਉਂਕਿ ਰੱਬ ਸਮਝਾ ਰਿਹਾ, ਰੱਬ ਸਮਝਾ। ਜਿਸ ਵੇਲੇ ਸਮਝ ਆਉਣ ਲੱਗਦੀ ਹੈ ਤੇ ਬੰਦੇ ਦੇ ਮਨ ਨੂੰ ਇਹ ਸਮਝ ਨਾ ਆਵੇ ਕਿ ਰੱਬ ਨੇ ਸਮਝਾਇਆ ਤਾਂ ਮੈਨੂੰ ਸਮਝ ਆਈ, ਉਹ ਥੋੜੀ ਦੇਰ 'ਚ ਹੀ ਸਮਝ ਖਤਮ ਹੋ ਜਾਂਦੀ, ਥੋੜੀ ਦੇਰ 'ਚ ਫਿਰ ਬੰਦਾ ਠੋਕਰ ਖਾਣ ਲੱਗ ਜਾਂਦਾ। ਕਹਿੰਦੇ ਐਸੀ ਅਵਸਥਾ ਤਾਂ ਪ੍ਰਾਪਤ ਹੁੰਦੀ ਹੈ, ਸਤਿਗੁਰ ਤਾਂ ਮਿਲਦੇ ਨੇ ਜਿਸ ਵੇਲੇ ਰੱਬ ਆਪਣੇ ਤੇ ਨਜ਼ਰ ਕਰਦਾ ਹੈ। ਉਹਦਾ ਅਰਥ ਸਮਝਣਾ, ਬਹੁਤ ਸੁੰਦਰ ਸ਼ਬਦ ਨੇ ਇਹ, ਸੁੰਦਰ ਅਰਥ ਨੇ ਇਹਨਾਂ ਦੇ। ਜੇ ਰੱਬ ਦੀ ਨਿਗਾਹ ਵਿੱਚ ਰਹਿਣਾ ਹੈ ਮੇਰੇ ਮਨ ਨੇ, ਤੇ ਮੈਂ ਜਿਸ ਵੇਲੇ ਘੱਟ ਬੈਠੇ ਰੱਬ ਦੀ ਬੰਦਗੀ, ਗੁਰਬਾਣੀ ਦੇ ਘੱਟ ਬੈਠੇ ਰੱਬ ਦੀ ਬਾਣੀ ਦੇ ਅਨੁਸਾਰ ਸ਼ਬਦਾਂ ਦੁਆਰਾ ਜਿਸ ਵੇਲੇ ਮੈਂ ਕਮਾਵਾਂ ਤੇ ਮੈਂ ਕਹਾਂ ਕਿ ਜਿਸ ਵੇਲੇ ਰੱਬ ਬੁਲਾਉਂਦਾ ਤਾਂ ਮੈਂ ਬੋਲਾਂ, ਤੇ ਸਮਝੋ ਮੇਰੇ ਤੇ ਰੱਬ ਨਜ਼ਰ ਕਰ ਰਹੇ ਨੇ, ਮੈਂ ਰੱਬ ਦੀ ਨਿਗਾਹ ਵਿੱਚ ਜਾ ਰਿਹਾ। ਹੁਣ ਮੇਰਾ ਮਨ ਜੋ ਵੀ ਕੰਮ ਕਰੇਗਾ ਤਾਂ ਰੱਬ ਦੀ ਨਿਗਾਹ ਵਿੱਚ ਰਹਿ ਕੇ ਕਰੇਗਾ। ਕਹਿੰਦੇ ਐਸੀ ਨਜ਼ਰ ਜਿਸ ਵੇਲੇ ਰੱਬ ਕਰਦੇ ਨੇ ਤਾਂ ਸਤਿਗੁਰ ਨਾਲ ਮੇਲ ਹੁੰਦਾ ਹੈ। ਯਾਨੀ ਸੱਤ ਕਰਕੇ ਗੁਰੂ ਦੇ ਗੁਰ ਨੂੰ ਸਾਡਾ ਮਨ ਹੁੰਦਾ ਹੈ, ਨਹੀਂ ਤਾਂ ਮਨ ਮੰਨਦਾ ਨਹੀਂ ਹੈ। ਕਹਿੰਦੇ ਤਾਂ ਨਿਜ ਕਰ ਵਾਸਾ ਇਹ ਮਨ ਪਾਏ, ਤਾਂ ਇਹ ਨਿਜ ਘਰ ਦੇ ਵਿੱਚ ਟਿਕਦਾ ਹੈ। ਮਹਾਰਾਜ ਕਹਿੰਦੇ ਭਾਈ, ਕਹਿੰਦੇ ਜਿਹਨੇ ਐਸੀ ਬਾਣੀ ਨੂੰ ਸੁਣ ਕੇ ਮੰਨਿਆ, ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਉਹ ਹੀ ਮਨ। ਕਹਿੰਦੇ ਕਿੱਥੇ ਵਸਦਾ, ਕਹਿੰਦੇ ਸੀ ਨਾ ਮਨ, ਕਹਿੰਦੇ ਮਨ ਤਾਂ ਘੱਟ ਬੈਠੇ ਰੱਬ ਦੇ ਘਰ ਵਿੱਚ ਵਸਦਾ ਹੈ ਜਿਹਦਾ ਮਨ ਦਾ ਕਹਿੰਦੇ ਭਾਈ ਜਾਗਤ ਸਰੂਪ ਹੋਣਾ ਹੈ, ਮਾਫ ਹੋ ਜਾਣਾ ਮਨ ਨੇ ਰੱਬ ਦੇ ਵਿੱਚ ਮਿਲ ਜਾਣਾ ਹੈ, ਹਨਾ। ਉਹ ਤਾਂ ਮਨ ਮਿਲ ਸਕਦਾ ਹੈ ਜਿਸ ਵੇਲੇ ਇਹ ਰੱਬ ਨਦਰ ਕਰੇ, ਰੱਬ ਦੀ ਨਿਗਾਹ ਵਿੱਚ ਆਵਾਂਗੇ ਆਪਾਂ। ਜਿਸ ਵੇਲੇ ਰੱਬ ਦੀ ਨਿਗਾਹ ਵਿੱਚ ਆ ਰਹੇ ਹਾਂ ਤੇ ਸਮਝਣਾ ਰੱਬ ਨਦਰ ਕਰੇ। ਦੋਨੋਂ ਪਾਸੇ ਸ਼ਬਦ ਸੰਭਾਲ ਕੇ ਰੱਖਦੇ ਨੇ ਸਾਡੀ ਸਮਝ ਨੂੰ। ਧਿਆਨ ਦੇਖੋ, ਜੇ ਮੈਨੂੰ ਭੁੱਖ ਤਾਂ ਲੱਗੀ
क्योंकि अंदर मेरी ताकत खत्म हुई, यानी जी रोटी खाधी सी वो मैं एनर्जी विच इस्तेमाल करती है ना। कहते हुण रब रोटी दिंदा है, जदों जिन्नी भुख लगदी है उन्नी फिर बंदा रोटी खांदा है ना, फिर रोटी तो फिर एनर्जी मिलती है। जीवन ਦੀ ਇਸ ਤਰ੍ਹਾਂ ਹੀ ਕਿਰਿਆ ਕਹਿੰਦੇ ਜਿਸ ਵੇਲੇ ਆਪਣਾ ਮਨ ਰੱਬ ਨੂੰ ਧਿਆਉਂਦਾ ਹੈ, ਉਹਦਾ ਅਰਥ ਹੈ ਕਿ ਮਨ ਦੇ ਵਿੱਚ ਰੱਬ ਦੀ ਭੁੱਖ ਆਈ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਦੀ ਭੁੱਖ ਆਈ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿਣ ਦਾ ਮਨ 'ਚ ਚਾਅ ਆਇਆ। ਉਹ ਚਾਅ ਤਾਂ ਆਇਆ ਕਿਉਂਕਿ ਮਨ ਦੁਖੀ ਹੋਇਆ, ਉਹ ਭੁੱਖ ਹੈ ਹਨਾ। ਕਹਿੰਦੇ ਉਹ ਭੁੱਖ ਕ੍ਰੀਏਟ ਕੀਤੀ ਉਸਨੇ, ਤੇ ਫਿਰ ਮੇਰਾ ਮਨ ਰੱਬ ਦੇ ਵੱਲ ਭੱਜਦਾ ਹੈ। ਤਾਂ ਆਪਾਂ ਫਿਰ ਜਿਸ ਵੇਲੇ ਭੱਜਦੇ ਆ ਤਾਂ ਆਪਣਾ ਮਨ ਕਹਿੰਦਾ ਮਾਲਕ ਇਹ ਮੈਨੂੰ ਭੁੱਖ ਲੱਗੀ ਸੀ, ਤੈਂ ਤੂੰ ਮੈਨੂੰ ਭਜਾਇਆ, ਤਾਂ ਮੈਨੂੰ ਹੁਣ ਹੋਰ ਤੇਰੀ ਭੁੱਖ ਲੱਗੀ ਤਾਂ ਮੈਂ ਤੇਰੇ ਨੇੜੇ ਆਇਆ। ਇਹ ਦੋਨੇ ਪਾਸੇ ਸ਼ਬਦ ਬੋਲੇਗਾ, ਧਿਆਨ ਰੱਖ। ਇੱਕ ਪਾਸ ਇੱਕ ਕਿਨਾਰਾ ਮੇਰਾ, ਦੂਜਾ ਕਿਨਾਰਾ ਘੱਟ ਬੈਠੇ ਰੱਬ ਦਾ ਅੰਦਰ। ਤੇ ਘੱਟ ਬੈਠਾ ਰੱਬ ਦੀ ਨਜ਼ਰ ਮੈਨੂੰ ਤਾਂ ਮਿਲਦੀ ਹੈ ਜਦੋਂ ਰੱਬ ਦਾ ਸ਼ਬਦ ਮੇਰੇ ਮਨ ਨੂੰ ਸੁਣਨ ਦੀ ਅਵਸਥਾ ਆਉਂਦੀ ਹੈ। ਉਹਦਾ ਅਰਥ ਹੈ ਕਿ ਮੇਰਾ ਮਨ ਸ਼ਬਦ ਤਾਂ ਸੁਣਨ ਲੱਗਿਆ ਕਿਉਂਕਿ ਘੱਟ ਬੈਠੇ ਰੱਬ ਦੀ ਨਿਗਾਹ ਵਿੱਚ ਮੇਰੀ ਅਵਸਥਾ ਆ ਗਈ, ਰੱਬ ਮੇਰੇ ਤੇ ਬਖਸ਼ਿਸ਼ ਕਰ ਰਿਹਾ। ਇਹ ਦੋਨੋਂ ਪਾਸੇ ਇੱਕ ਸ਼ਬਦ ਦੇ ਕਹਿੰਦੇ ਕਿਨਾਰੇ ਨੇ। ਇਹ ਸਮਝ ਮੇਰੀ ਰੱਬ ਵੱਲ ਜਾਣੀ ਹੈ ਤੇ ਰੱਬ ਦੀ ਸਮਝ ਮੇਰੇ ਵੱਲ ਆਉਣੀ ਹੈ। ਮੇਰੇ ਚੋਂ ਮੇਰਾ ਮੈਂ ਮਿਟਦੇ ਜਾਣਾ ਤੇ ਰੱਬ ਦਾ ਮੇਰੇ ਅੰਦਰੋਂ ਸਰੂਪ ਸਮਾਉਂਦੇ ਜਾਣਾ, ਰੱਬ ਵਰਗਾ ਹੁੰਦੇ ਜਾਣਾ। ਸੋ ਐਸੀ ਅਵਸਥਾ ਕਹਿੰਦੇ ਭਾਈ ਇਹ ਖੇਡ ਮਹਾਰਾਜ ਸਮਝਾ ਰਹੇ। ਕਹਿੰਦੇ ਫਿਰ ਕਹਿੰਦੇ ਆਪੇ ਆਪ ਖਾਏ ਤਾਂ ਨਿਰਮਲ ਹੋਵੇ। ਦੇਖੋ ਆਪਣੇ ਆਪੇ ਨੂੰ ਫਿਰ ਆਪਣਾ ਮਨ ਫਿਰ ਖਾਣ ਲੱਗ ਜਾਂਦਾ ਹੈ, ਯਾਨੀ ਆਪਣੇ ਆਪ ਨੂੰ ਖਾਣ ਲੱਗਦਾ ਦਾ ਅਰਥ ਹੈ ਕਿ ਜਿਸ ਵੇਲੇ ਬੰਦਾ ਕੋਈ ਹੰਕਾਰ ਚ ਕੰਮ ਕਰਦਾ ਨਾ ਮਨ ਆਪਣਾ, ਤੇ ਮਨ ਫਿਰ ਕਹਿੰਦਾ ਤੂੰ ਕਿਉਂ ਕੀਤਾ ਹਨਾ, ਰੱਬ ਨੂੰ ਭੁਲਾ ਕੇ ਕੀਤਾ, ਤੂੰ ਔਖਾ ਹੋਏਗਾ। ਉਹ ਤੇ ਫਿਰ ਮਨ ਆਪਣੇ ਆਪ ਨੂੰ ਆਪ ਖਾਣ ਲੱਗ ਜਾਂਦਾ, ਆਪਣੇ ਆਪ ਨੂੰ ਆਪ ਸਮਝਾਉਣ ਲੱਗ ਜਾਂਦਾ, ਆਪਣੇ ਫਿਰ ਮੈਂ ਮਿਟਣ ਲੱਗ ਜਾਂਦੀ ਹੈ, ਰੱਬ ਦਾ ਭਾਵ ਵਿਕਾਸ ਲੈਣ। ਕਹਿੰਦੇ ਆਏ ਮਾਲਕ ਦੀ ਇੱਕ ਖੇਡ ਹੈ। ਹੁਣ ਦੱਸੋ ਇਹ ਸਮਝੇ ਬਿਨਾ ਆਮ ਦੁਨੀਆ ਵਿੱਚ ਜੋ ਬੰਦਾ ਵਿਚਰਦਾ ਹੈ ਉਹਦਾ ਕੀ ਲਾਭ ਹੋਏਗਾ, ਦੁਖੀ ਹੋਏਗਾ ਉਹ ਹਨਾ। ਸੋ ਇਹ ਸਮਝਣਾ ਮਨ ਨੇ ਬਹੁਤ ਜ਼ਰੂਰੀ ਹੈ ਜੀਵਨ ਵਿੱਚ। ਕਹਿੰਦੇ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਇਹ ਮਨ, ਕਹਿੰਦੇ ਧਾਵਤ ਵਰਜ ਰਹੇ। ਫਿਰ ਕਹਿੰਦਾ ਇਹਦਾ ਆਵਾਗਮਨ ਤਾਂ ਖਤਮ ਹੁੰਦਾ ਹੈ, ਇਹਦਾ ਭਟਕਣਾ ਤਾਂ ਵਰਜਿਆ ਜਾਂਦਾ, ਤਾਂ ਰੁਕਦਾ, ਨਹੀਂ ਤਾਂ ਰੁਕਦਾ ਨਹੀਂ ਹੈ। ਧਿਆਨ। ਸੋ ਇਹ ਉਪਦੇਸ਼ ਦੇ ਰਹੇ ਨੇ ਮਹਾਰਾਜ। ਹੁਣ ਫਿਰ ਜੋਗੀ ਇੱਕ ਹੋਰ ਪ੍ਰਸ਼ਨ ਕਰ ਰਹੇ, ਕਹਿੰਦੇ ਕਿਉਂ ਮੂਲ ਪਛਾਨੈ ਆਤਮ ਜਾਣੈ, ਕਿਉਂ ਸਸ ਘਰ ਸੂਰ ਸਮਾਵੈ। ਕਹਿੰਦੇ ਇਹ ਮਨ ਫਿਰ ਕਿਵੇਂ ਮੂਲ ਨੂੰ ਪਛਾਣੇ, ਜਿਸ ਕਰਕੇ ਇਹ ਆਤਮ ਨੂੰ ਜਾਣ ਸਕੇ, ਯਾਨੀ ਤਮਾਂ ਦੇ ਵਿੱਚ ਵੀ ਜਿਹੜਾ ਰੱਖਦਾ ਆਪਾਂ ਨੂੰ, ਉਹ ਸਾਨੂੰ ਰੱਖਦਾ ਕਰਕੇ ਜਾਣ ਸਕੇ, ਸਮਝ ਸਕੇ। ਕਹਿੰਦੇ ਕਿਵੇਂ ਇਸ ਸੱਸ ਯਾਨੀ ਚੰਦਰਮਾ ਦੇ ਘਰ ਵਿੱਚ ਇਹ ਗਿਆਨ ਰੂਪੀ ਸੂਰਜ ਵਸਾਏ। ਚੰਦਰਮਾ ਦਾ ਅਰਥ ਹੈ 15 ਦਿਨ ਵੱਧਦਾ 15 ਦਿਨ ਘਟਦਾ ਹੈ ਚੰਦਰਮਾ। ਆਏ ਸਾਡਾ ਮਨ ਕਦੇ ਕभी ਊਬ ਚੜ੍ਹਦਾ ਹੈ, ਕभी ਜਾਏ ਪਿਆਲੇ ਹਨਾ। ਸਾਡਾ ਮਨ ਕਹਿੰਦੇ ਕਦੇ ਤਾਂ ਬਹੁਤ ਖੁਸ਼ ਹੁੰਦਾ ਹੈ, ਕਦੇ ਤਾਂ ਫਿਰ ਹੁੰਦਾ ਹੀ ਰਹਿੰਦਾ ਹਨਾ। ਕਦੇ ਤਾਂ ਕਹਿੰਦਾ ਮੈਨੂੰ ਸਮਝ ਆ ਗਈ, ਕਹਿੰਦੇ ਮੈਨੂੰ ਕੁਛ ਨਹੀਂ ਸਮਝ ਆਈ ਹਨਾ। ਕਹਿੰਦੇ ਇਹ ਕਹਿੰਦੇ ਹਾਲੇ ਚੰਦਰਮਾ ਦੇ ਘਰ ਦੇ ਵਿੱਚ ਕਹਿੰਦੇ ਗਿਆਨ ਸਮਾ ਜਾਏ। ਸੂਰ ਦਾ ਅਰਥ ਹੈ ਹਮੇਸ਼ਾ ਪ੍ਰਕਾਸ਼ ਹੋ ਜੇ, ਹਮੇਸ਼ਾ। ਕਿਉਂਕਿ ਚੰਦਰਮਾ ਦੀ ਰੋਸ਼ਨੀ ਇੱਕ ਤਾਂ ਆਪਣੀ ਨਹੀਂ ਹੁੰਦੀ, ਆਏ ਆਪਣੀ ਆਪਣੇ ਆਪ ਚ ਹੱਥ ਨਹੀਂ ਹੈ ਕਿ ਆਪਾਂ ਪੈਦਾ ਹੋ ਜਾਈਏ ਹਨਾ, ਰੱਬ ਨੇ ਪੈਦਾ ਕੀਤਾ ਹੁੰਦਾ ਹੈ। ਤੇ ਫਿਰ ਜੀਵਨ ਵਿੱਚ ਆਪਣੇ ਹੱਥ ਜਾਣ ਦਾ ਖਤਮ ਨਹੀਂ, ਯਾਨੀ ਅਸੀਂ ਖਤਮ ਹੋ ਜਾਣਾ ਤੇ ਆਪਾਂ ਰੋਕ ਲਈਏ ਉਹਨੂੰ, ਰੁਕਦੇ ਨਹੀਂ। ਜਦੋਂ ਰੱਬ ਲੈ ਕੇ ਜਾਊਗਾ ਆਪਾਂ ਨੂੰ ਜਾਣਾ ਪੈਣਾ। ਧਿਆਨ ਰੱਖਣਾ ਆਏ ਜੀਵਨ ਵਿੱਚ ਰੱਬ ਪੈਦਾ ਕਰਦਾ ਹੈ, ਫਿਰ ਰੱਬ ਸੂਝੀ ਦਿੰਦਾ ਹੈ, ਰੱਬ ਆਪ ਚੱਲਦਾ ਸਾਡੇ ਵਿੱਚੋਂ ਤੇ ਰੱਬ ਆਪ ਕਰਦਾ ਹੈ। ਤੇ ਸਾਡਾ ਮਨ ਤਾਂ ਉਹੀ ਹੰਕਾਰੀ ਹੋਏ ਫਿਰਦਾ ਹਨਾ। ਸਾਡੇ ਮਨ ਨੂੰ ਪੂਰਾ ਗਿਆਨ ਕਦੋਂ ਕਿਵੇਂ ਆਏ ਇਹ ਦੱਸੋ ਮਹਾਰਾਜ ਸਾਨੂੰ। ਕਹਿੰਦੇ ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਘਰ ਸੂਰ ਸਮਾਵੈ। ਹੁਣ ਉੱਤਰ ਦੇਣਗੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਇਹਨਾਂ ਨੂੰ ਸੋਝੀ ਦੇ ਰਹੇ। ਕਹਿੰਦੇ ਭਾਈ ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਦੇਖੋ ਛੋਟੇ ਜਿਹੇ ਸ਼ਬਦਾਂ ਚ ਬਹੁਤ ਵੱਡੀ ਗੱਲ ਕਰ ਗਏ, ਬਹੁਤ ਵੱਡੀ ਗੱਲ। ਕਹਿੰਦੇ ਜਿਹੜੇ ਗੁਰੂ ਦੇ ਗੁਰ ਵੱਲ ਮੁਖ ਰੱਖ ਕੇ ਅੰਦਰ ਆਪਣੇ ਅੰਦਰ ਚੱਲਦੇ ਨੇ, ਕਹਿੰਦੇ ਫਿਰ ਉਹਨਾਂ ਦੇ ਹਉਮੈ ਵਿੱਚੋਂ ਖਤਮ ਹੁੰਦੀ ਹੈ। ਕਹਿੰਦੇ ਤਉ ਨਾਨਕ, ਤਾਂ ਨਾਨਕ ਕਹਿੰਦੇ ਨੇ ਰੱਬ ਰੂਪੀ, ਕਹਿੰਦੇ ਸਹਿਜ ਸਮਾਵੇ, ਤਾਂ ਜਾ ਕੇ ਇਹ ਕਹਿੰਦੇ ਗਿਆਨ ਦੇ ਘਰ ਵਿੱਚ ਸਹਿਜੇ ਟਿਕ ਜਾਂਦਾ ਹੈ। ਧਿਆਨ ਰੱਖਣਾ ਜਿਹੜਾ ਚੰਦਰਮਾ ਵਾਂਗੂ ਕਦੇ ਉੱਪਰ ਨੀਚੇ ਹੁੰਦਾ ਸੀ ਨਾ, ਕਹਿੰਦੇ ਉਹ ਤਾਂ ਜਾ ਕੇ ਕਹਿੰਦੇ ਪੂਰੀ ਰੋਸ਼ਨੀ ਹੁੰਦੀ ਹੈ ਤੇ ਉਹਦੇ ਵਿੱਚ ਜਾ ਕੇ ਪ੍ਰਕਾਸ਼ ਦੇ ਵਿੱਚ ਪੂਰਾ ਸਮਾ ਜਾਂਦਾ, ਰੱਬ ਦੇ ਵਿੱਚ ਪੂਰੀ ਇਹਦੀ ਅਵਸਥਾ ਟਿਕ ਜਾਂਦੀ ਹੈ। ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ,
ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ। ਕਹਿੰਦੇ ਇਸ ਗੁਰਮਤ ਨਾਲ ਕਹਿੰਦੇ ਤੂੰ ਰੰਗ ਮਾਣ, ਕਹਿੰਦੇ ਗੁਰੂ ਦੇ ਗੁਰ ਵੱਲ ਮੁੱਖ ਰੱਖ, ਕਹਿੰਦੇ ਜਿਹਦੇ ਨਾਲ ਤੇਰੀ ਹਉਮੈ ਖਤਮ ਹੋਵੇ, ਕਹਿੰਦੇ ਤਾਂ ਤੂੰ ਸਹਿਜੇ ਐ ਮੇਰੇ ਮਨ ਕਹਿੰਦੇ ਘੱਟ ਬੈਠੇ ਰੱਬ ਦੇ ਵਿੱਚ ਸਮਾ ਲੈ, ਸਹਿਜੇ ਸਮਾ ਲੈ। ਜਿਹੜਾ ਤੇਰਾ ਹਾਲੇ ਖਿਆਲ ਉੱਪਰ ਨੀਚੇ ਹੁੰਦਾ ਹੈ, ਹਾਲੇ ਤੇਰੇ ਮਨ ਵਿੱਚ ਕਦੇ ਯਾਨੀ ਗਲਤੀਆਂ ਹੋ ਜਾਂਦੀਆਂ ਨੇ, ਭੁੱਲ ਜਾਂਦਾ ਹੈ, ਕਹਿੰਦੇ ਫਿਰ ਤੈਨੂੰ ਲੱਗਦਾ ਹੈ ਕਿ ਰੱਬ ਨੇ ਤਾਂ ਭੁਲਾਇਆ ਸੀ ਕਿਉਂਕਿ ਮੈਂ ਹਾਲੇ ਉਹਦੇ ਲਾਇਕ ਨਹੀਂ ਸੀ, ਮੈਨੂੰ ਹਾਲੇ ਉਹਨੇ ਦੂਰ ਰੱਖਿਆ ਹੈ। ਉਹ ਜਿਹੜੀ ਭੁੱਲਾਂ ਹੁੰਦੀਆਂ ਆਪਣੇ ਮਨ ਤੋਂ ਹੁੰਦੀਆਂ, ਰੱਬ ਤੋਂ ਨਹੀਂ ਹੁੰਦੀਆਂ, ਧਿਆਨ ਰੱਖਣਾ। ਕਹਿੰਦੇ ਉਹ ਜਿਹੜੀ ਅਵਸਥਾ ਹਮੇਸ਼ਾ ਚੇਤੇ ਰਖਾਉਂਦੀ ਹੈ, ਚੇਤੇ ਰੱਖ ਕੇ ਕੰਮ ਕਰਦੀ ਹੈ, ਉਹ ਰੱਬ ਆਪ ਕਰਦਾ ਹੁੰਦਾ ਹੈ, ਰੱਬ ਆਪ। ਫਿਰ ਮਨ ਆਪਣੇ ਆਪ ਨੂੰ ਜਨਾਉਣੋਂ ਛੱਡ ਜਾਂਦਾ ਹੈ, ਰੱਬ ਰੂਪ ਹੋ ਕੇ ਵਿਚਰਨ ਲੱਗ ਜਾਂਦਾ ਹੈ ਸਰੀਰ ਦੇ ਵਿੱਚ। ਤੇ ਫਿਰ ਸਰੀਰ ਦੇ ਵਿੱਚ ਬਾਬੇ ਨਾਨਕ ਨਹੀਂ ਸੀ, ਉਹ ਹੁਣ ਰੱਬ ਹੀ ਬਾਬਾ ਨਾਨਕ ਹੋ ਕੇ ਸੰਸਾਰ ਵਿੱਚ ਵਿਚਰਦਾ ਹੈ। ਆਏ ਹਰੇਕ ਬੰਦੇ ਵਿੱਚੋਂ ਇਹ ਸਾਰਾ ਕਾਨੂੰਨ ਸਭ ਦੇ ਵਾਸਤੇ ਹੈ। ਆਏ ਹਰੇਕ ਬੰਦੇ ਵਿੱਚੋਂ ਰੱਬ ਹੀ ਦੀ ਰੂਪ ਹੋ ਕੇ ਹਰੇਕ ਬੰਦਾ ਵਿਚਰੇਗਾ। ਜਦੋਂ ਆਪਣੇ ਮਨ ਚੋਂ ਕੋਈ ਭੁੱਲ ਹੋਣ ਲੱਗ ਜੇ ਨਾ, ਤੇ ਸਮਝਣਾ ਹਾਲੇ ਆਪਣਾ ਮਨ ਰੱਬ ਤੋਂ ਦੂਰ ਹੈ, ਗਲਤੀ ਹੋ ਗਈ ਹਨਾ। ਤੇ ਰੱਬ ਫਿਰ ਗਲਤੀ ਨਾ ਕਰਾਵੇ, ਕੰਮ ਕਰਦਾ ਹੋਵੇ, ਤੇ ਸਮਝਣਾ ਰੱਬ ਆਪ ਕਰ ਰਿਹਾ, ਰੱਬ ਆਪ ਕਿਰਪਾ ਕਰ। ਤੇ ਉੱਥੇ ਕਦੇ ਭੁੱਲ ਕੇ ਆਪਣੇ ਆਪ ਨੂੰ ਜਨਾਉਣਾ ਨਹੀਂ। ਜੇ ਸਿੱਧੇ ਰਸਤੇ ਜਾਣਾ ਹੈ, ਘੱਟ ਬੈਠੇ ਰੱਬ ਦੇ ਨਾਲ ਮਿਲਣਾ ਜੀਵਨ ਵਿੱਚ, ਫਿਰ ਕਹਿੰਦੇ ਇਸ ਬਾਣੀ ਨਾਲ ਹੀ ਚੱਲਣਾ ਪੈਣਾ, ਇਸ ਗੁਰੂ ਦੇ ਗੁਰ ਵੱਲ ਮੁੱਖ ਰੱਖ ਕੇ ਚੱਲਣਾ ਪੈਣਾ। ਰੱਤੀ ਮਾਤਰ ਵੀ ਹਉਮੈ ਨਹੀਂ ਦਿਖਾਉਣੀ ਪੈਣੀ। ਕਹਿੰਦੇ ਹਉਮੈ ਤਾਂ ਖੋਈ ਜਾਂਦੀ ਹੈ ਜੇ ਗੁਰੂ ਦੇ ਗੁਰ ਵੱਲ ਮੁੱਖ ਰੱਖਾਂਗੇ, ਤਾਂ ਮਹਾਰਾਜ ਨਾਨਕ ਪਾਤਸ਼ਾਹ ਕਹਿੰਦੇ ਰੱਬ ਰੂਪ ਹੋ ਕੇ ਕਹਿੰਦੇ ਫਿਰ ਸਹਿਜ ਵਿੱਚ ਸਮਾਇਆ ਜਾਂਦਾ ਹੈ, ਤਾਂ ਗਿਆਨ ਦੇ ਘਰ ਵਿੱਚ ਪ੍ਰਕਾਸ਼ ਹੁੰਦਾ ਹੈ। ਸੋ ਅੱਜ ਇਤਨੇ ਸ਼ਬਦ ਪ੍ਰਵਾਨ ਕਰਿਓ, ਸਮੇਂ ਹੋ ਗਿਆ। ਸੋ ਇੱਕ ਵਾਰ ਸ਼ਬਦ ਨੂੰ ਫੇਰ ਪੜ੍ਹ ਲਿਓ। ਕਹਿੰਦੇ ਇਹ ਮਨ ਮੈਂਗਲ ਕਹਾਂ ਬਸੀਲੇ, ਕਹਾਂ ਬਸੈ ਇਹੋ ਪਵਨ, ਕਹਾਂ ਬਸੈ ਸੋ ਸ਼ਬਦ ਔਦੂ, ਤਾਂ ਕੋ ਚੁਕੈ ਮਨ ਕਾ ਭਵਨਾ, ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹ ਮਨ ਪਾਏ, ਆਪੇ ਆਪ ਖਾਏ ਤਾਂ ਨਿਰਮਲ ਹੋਵੈ, ਧਾਵਤ ਵਰਜ ਰਹਾਏ। ਕਿਉ ਮੂਲ ਪਛਾਨੈ ਆਤਮ ਜਾਣੈ, ਕਿਉ ਸਸ ਕਰ ਸੂਲ ਸਮਾਵੈ, ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ।